मैं अज तुहाडे नाल कुछ गल्लां पीरो की कविता बारे करांगा। जिक्र आया शहरयार का। जो मैं सरसे पढ़ाउंदा सी तां शहरयार साल च एक अद्धी वारी मैनूं मिलण आ जांदे सी। उहदा कारण ये सी भी वो फतेहाबाद विआहे सी, सौहरी जाना पैंदा सी ते सौहरी जाके बंदा वड्डी उम्र च की करे। वो घर वाली नूं कहंदे भी हुण तूं अपने भरावां नूं मिल ला ते मैं अपने बेलियां नूं मिल आउणा। ते वो मेरे कोले सरसे आ जांदे ते मैनूं आके कहण लगे भी तूं हुण जाना नहीं किते। मैं तैयार बैठा सी किते जाण नूं। मैनूं कहंदे भी जाना नहीं, मैं नाटक लिखिया पीरो प्रेमण ते नाटक सुण मेरा। वो 94 की गल होनी है। मैनूं उन्होंने नाटक सुनाया, जिन्नी उन्होंने कोल टैक्सट सी उहदे आधार पर उन्होंने कुछ गल्लां कीतियां सी उस नाटक दे विच। मैनूं बड़ी धुखतकी लगी। मैं दूजे दिन अपने कॉलेज की लाइब्रेरी खोली तो मैनूं कुछ नहीं मिलिया सिवाए भाषा विभाग की एक किताब जिहड़ी डॉक्टर सुरिंदर सिंह कोहली उन्होंने एडिट की सी। ਉਹਦੇ 'ਚ पीरो ਦੀਆਂ 30 ਕਾਫੀਆਂ ਸੀ। शहरयार ਕੋਲੇ भी ਉਹੀ सोर्स सी, होर कोई नवा सोर्स उदों नहीं सी। पर उस तो बाद हौली हौली लगे रहे लोग। फिर नाटक लिखिया स्वराज वीर ने शायरी। फिर मेरी दोस्ती एक ऐसे व्यक्ति नाल सी कि जिहड़ा हरियाणा सरकार च नौकरी करदा सी, हरियाणे का पुलिस अधिकारी सी। पर वो बाद विच ਜਿਹੜਾ ਬਾਬਾ ਫਰੀਦ ਦਾ ਸਥਾਨ ਆ ਹੰਸੀ ਦੇ ਵਿੱਚ, ਚਾਰ ਮਨਾਰ ਜਿਹਨੂੰ ਕਹਿੰਦੇ ਆ, ਚਾਰ ਮਨਾਰ ਦੇ ਵਿੱਚ ਉਹਨਾਂ ਦਾ ਦਫ਼ਤਰ ਆ। ਉੱਥੇ ਹੀ ਹੈੱਡਕੁਆਟਰ ਬਣ ਗਿਆ ਗੁਲਾਬਦਾਸੀਆਂ ਦਾ। ਸੰਤ ਬਜਿੰਦਰ ਦਾਸ ਇਹ ਰਹਿਣ ਵਾਲੇ ਤਾਂ ਦਿੱਲੀ ਦੇ ਸੀ, ਪਰ ਬਾਅਦ ਵਿੱਚ ਹਰਿਆਣਾ 'ਚ ਨੌਕਰੀ ਕਰਦੇ ਰਹੇ ਸੋਨੀਪਤ। ਅਤੇ ਉਸ ਤੋਂ ਬਾਅਦ ਜਦੋਂ ਮੌਤ ਹੋਈ ਗੁਲਾਬਦਾਸੀ ਪ੍ਰਥਾ ਦੀ ਮੁਖੀ ਕੁੜੀ ਦੀ, ਤਾਂ ਸੰਤ ਬਜਿੰਦਰ ਦਾਸ ਨੂੰ ਉਸ ਗੁਲਾਬਦਾਸੀ ਪ੍ਰਥਾ ਦਾ ਮੁਖੀ ਬਣਾ ਦਿੱਤਾ ਗਿਆ। ਉਹਦੇ ਨਾਲ ਵੀ ਇੱਕ ਬੜੀ ਦਿਲਚਸਪ ਗੱਲ ਜੁੜੀ ਹੋਈ ਆ। ਜਿਹੜੀ ਕੁੜੀ ਜਾਂ ਜਿਹੜਾ ਪਰਿਵਾਰ ਉਸ ਗੁਲਾਬਦਾਸੀ ਡੇਰੇ ਦਾ ਪ੍ਰਬੰਧਕ ਕਹਿ ਲਓ, ਮੁਖੀ ਕਹਿ ਲਓ, ਉਹ ਵੀ ਹਰਿਆਣੇ ਦੇ ਨਹੀਂ। ਉਹ ਜਗਰਾਓਂ ਕੋਲੇ ਪਿੰਡ ਆ ਰੂਮੀ। ਉਹ ਰੂਮੀ ਦੇ ਜੱਟ ਸਿੱਖਾਂ ਦਾ ਪਰਿਵਾਰ ਆ, ਸ਼ੇਰਗਿੱਲ ਪਰਿਵਾਰ ਆ ਉਹ। ਅਤੇ ਉਸ ਪਰਿਵਾਰ 'ਚੋਂ ਇੱਕ ਸਾਡੇ ਵੱਡਾ ਪੋਇਟ ਹੋਇਆ ਜਿਹਨੇ ਪੰਜਾਬੀ 'ਚ ਪਹਿਲਾ ਮਨਸੂਰ ਦਾ ਕਿੱਸਾ ਉਸੇ ਬੰਦੇ ਨੇ ਲਿਖਿਆ। ਅਸੀਂ ਸਾਡਾ ਬਹੁਤ ਸਾਰਾ ਸਾਹਿਤ ਇਹੋ ਜਿਹਾ ਆ ਜਿਹੜਾ ਸਾਡੇ ਅਜੇ ਤੱਕ ਡੇਰਿਆਂ 'ਚ ਰੁਲੀ ਜਾਂਦਾ। ਮੇਰਾ ਵਾਹ ਇਸ ਕਰਕੇ ਪਿਆ ਕਿ ਇੱਕ ਵਿਅਕਤੀ ਜਿਹੜਾ ਫਿਲੋਸਫੀ ਦੀ PhD ਸੀ, ਹਰਿਆਣੇ 'ਚ ਕਮਿਊਨਿਸਟ ਪਾਰਟੀ 'ਚ ਕੰਮ ਕਰਦਾ ਹੁੰਦਾ ਸੀ, ਅੱਠ ਮੈਗਜ਼ੀਨ ਦਾ ਐਡੀਟਰ ਸੀ। ਉਹ ਬਿਮਾਰ ਹੋ ਗਿਆ ਅਤੇ ਸਰਸੇ ਆ ਗਿਆ। ਸਾਡੇ ਕੁਛ ਦੋਸਤਾਂ, ਸਾਂਝੇ ਦੋਸਤਾਂ ਕੋਲ ਵਿੱਚ ਮੇਰੇ ਕੋਲ ਆ ਜਾਂਦਾ ਸੀ। ਅਸਲ 'ਚ ਉਹ ਉਸ ਡੇਰੇ ਦਾ ਮੁਖੀ ਸੀ, ਉਹਨੇ ਮੁਖੀ ਬਣਨਾ ਸੀ। पर क्योंकि वो आप एक कम्युनिस्ट का पुत्र सी, आप वो कम्युनिस्ट सी, फिलासफी की PhD सी, वो कहता भी मैं नहीं इस डेरे का मुखी बनना। तुसीं हैरान होवोगे कि उस डेरे के नाँ ते राजस्थान ते हरियाणे 'ਚ 5000 एकड़ जमीन आ। साडे तो साध गोलियां चला के मर जाते हैं ना एक दूजे पिछे। उन्हें कहा भी मेरा ये काम नहीं। हौली हौली बाद जो मैं उस बंदे नूं मिलिया, उसकी मौत तो बाद, ब्रह्म की मौत तो बाद मैं उस बंदे नूं मिलिया, तो मैं बड़ा हैरान होया भी एक पुलिस का अधिकारी ਜਿਹਦੇ ਨਾਲ ਭਾਵੇਂ ਤੁਸੀਂ 10 ਦਿਨ ਬੈਠੇ ਰਹੋ ਸਾਰਾ ਕੁਝ ਜਵਾਨੀ ਚੇਤੇ ਆ। ਮੈਂ ਸਮਝਦਾ ਹੁੰਦਾ ਸੀ ਵੀ ਮੇਰੀ ਯਾਦਾਸ਼ਤ ਬਹੁਤ ਵਧੀਆ ਆ। ਪਰ ਮੈਂ ਉਹਨਾਂ ਨੂੰ, ਸੰਤ ਬਜਿੰਦਰ ਦਾਸ ਨੂੰ ਮਿਲ ਕੇ ਬੜਾ ਹੈਰਾਨ ਹੋਇਆ। ਮੈਂ ਉਹਨਾਂ ਨਾਲ ਪੀਰੋ ਦਾ ਜ਼ਿਕਰ ਕੀਤਾ। ਉਹ ਮੈਨੂੰ ਕਹਿੰਦੇ ਵੀ ਕੱਲ੍ਹ ਨੂੰ ਹੀ ਚੜ੍ਹਿਆ ਹੋ ਤੁਸੀਂ। ਮੈਂ ਕੀ ਗੱਲ? ਕਹਿੰਦੇ ਵੀ ਮੈਂ ਇੱਕ ਥਾਂ 'ਤੇ ਲਿਖਤਾਂ ਪਈਆਂ ਆ, ਪਰ ਬੰਦਾ ਮੈਨੂੰ ਦਿੰਦਾ ਨਹੀਂ, ਤੁਸੀਂ ਆਪਣਾ ਪ੍ਰਭਾਵ ਵਰਤੋ। ਸਰਸੇ ਦੇ ਕੋਲ ਇੱਕ ਮੱਲੇ ਕਾ ਪਿੰਡ ਆ। ਕਿਉਂਕਿ ਇਸ ਗੱਦੀ ਦੇ ਰੌਲੇ ਬਹੁਤ ਪੈ ਗਏ, ਪ੍ਰਾਪਰਟੀ ਬਹੁਤ ਇਸ ਗੱਦੀ ਨਾਲ ਜੁੜੀ ਵੀ, ਕਈ ਬੰਦਿਆਂ ਨੇ ਉਹਨਾਂ ਜ਼ਮੀਨਾਂ 'ਤੇ ਕਬਜ਼ੇ ਕੀਤੇ ਵੇ ਆ। ਖੈਰ ਅਲਟੀਮੇਟ ਮੈਂ ਉਸ ਡੇਰੇ 'ਚੋਂ ਪੀਰੋ ਦੀਆਂ ਲਿਖਤਾਂ ਇਕੱਠੀਆਂ ਕੀਤੀਆਂ, ਕੁਝ ਸੋਧ ਕੀਤੀ ਜਿਹੜੀ ਡਾਕਟਰ ਕੋਹਲੀ ਨੇ ਜਿਹੜੀਆਂ ਦਿੱਤੀਆਂ ਸੀ ਕਾਫੀਆਂ, ਕੁਝ ਜਿਹੜੀਆਂ ਕੁਛ ਗਲਤੀਆਂ ਜਾਂ ਕਹਿ ਲਓ ਵੀ ਕੁਛ ਤਪਲੇ ਸ਼ਹਿਰਯਾਰ ਹੋਣ ਲੱਗੇ। ਪਰ ਉਹ ਪੂਰੀ ਲਿਖਤ, ਖੁਸ਼ਨਸੀਬੀ ਇਸ ਗੱਲ ਦੀ ਆ ਕਿ ਉਹ ਪੂਰੀ ਦੀ ਪੂਰੀ ਲਿਖਤ ਹੁਣ ਅਵੇਲੇਬਲ ਆ। ਨਹੀਂ ਤਾਂ ਉਹ ਲਿਖਤ ਜਿਹੜੀ ਸੀਗੀ ਡੇਰਿਆਂ 'ਚ ਹੋਰ 50-70 ਸਾਲਾਂ ਨੂੰ ਕੀੜਿਆਂ ਨੇ ਖਾ ਜਾਣੀ ਸੀ। ਖੈਰ ਮੈਨੂੰ ਵੀ ਇਹ ਕਹਿ ਲਓ ਵੀ ਮੈਨੂੰ ਵੀ ਇਹੋ ਜਿਹੀਆਂ ਚੀਜ਼ਾਂ ਦਾ ਝੱਲ ਆ ਕਿ ਜਦੋਂ ਕਿਸੇ ਚੀਜ਼ ਦੀ ਪੈੜ ਨੱਪੀ ਦੀ ਆ ਫਿਰ ਗਾਂਹ ਦੀ ਗਾਂਹ ਤੁਰੀ ਜਾਈਦਾ। ਪਰ ਅਲਟੀਮੇਟ ਹੋਇਆ ਇਹ ਕਿ ਜਦੋਂ ਮੈਂ ਇਹ ਕਿਤਾਬ ਤਿਆਰ ਕਰ ਲਈ ਤਾਂ ਇਹਦੇ 'ਚ ਬਹੁਤ ਸਾਰੇ ਸ਼ਬਦ ਐਸੇ ਸੀ। ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬੀ ਭਾਸ਼ਾ ਦਾ ਸਰੂਪ ਇੰਨੀ ਤੇਜ਼ੀ ਨਾਲ ਬਦਲਿਆ ਪਿਛਲੀ 1.5 ਸਦੀ 'ਚ ਕਿ ਪੰਜਾਬੀ ਦੇ ਵੱਡੇ ਵੱਡੇ ਜਿਹੜੇ ਧਨੰਤਰ ਸੀ ਸਭ ਦੀਆਂ ਹੀਲਾਂ ਹੋ ਗਈਆਂ। ਕੁਝ ਸ਼ਬਦ ਅਜੇ ਵੀ ਮੈਂ ਛੱਡਤੇ ਉਸ ਕਿਤਾਬ ਦੇ ਵਿੱਚ ਜਿਨ੍ਹਾਂ ਦੇ ਅਰਥ ਸਾਨੂੰ ਨਹੀਂ ਲੱਭੇ, ਜਿਹਦੇ 'ਚ
ਸਾਡੇ ਜਿਸ ਬੰਦੇ ਨੇ ਸਭ ਤੋਂ ਵੱਧ ਵਿਦਾਂਤ ਪੜ੍ਹਿਆ, ਮੈਨੂੰ ਬੰਦੇ ਬੜੇ ਲੱਭੇ। ਸੂਫੀ ਅਮਰਜੀਤ ਜਿਹਨੂੰ ਮੈਂ ਬਹੁਤ ਸਾਲਾਂ ਦਾ ਜਾਣਦਾ ਸੀ, ਕਮਿਊਨਿਸਟ ਆ, ਪਰ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਵਿਦਾਂਤ ਦੀ ਇੰਨੀ ਸਟੱਡੀ ਕੀਤੀ ਆ, ਅਤੇ ਪੀਰੋ ਨੂੰ ਵਿਦਾਂਤ ਬਿਨਾਂ ਸਮਝਿਆ ਨਹੀਂ ਜਾ ਸਕਦਾ। ਮੈਂ ਕੈਨੇਡਾ ਉਹਦੇ ਕੋਲੇ 75 ਕਿਲੋਮੀਟਰ ਚੱਲ ਕੇ ਜਾਂਦਾ ਰਿਹਾ, ਰੋਜ਼ 7-8 ਦਿਨ ਬੈਠ ਕੇ। ਬਹੁਤ ਸਾਰੇ ਸ਼ਬਦ ਉਹਨੇ ਕਿਹਾ ਵੀ ਮੈਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਇਹਦੇ ਹੱਥ ਲੱਭਦੇ। ਡਾਕਟਰ ਧਰਮ ਸਿੰਘ ਨੂੰ ਪੁੱਛੇ, ਕੁਝ ਉਹਨਾਂ ਨੇ ਦੱਸੇ। ਫਿਰ ਡਾਕਟਰ ਜੱਗੀ ਸਾਹਿਬ ਨੇ ਕੁਝ ਸ਼ਬਦਾਂ ਦੇ ਅਰਥ ਦੱਸੇ। ਅਤੇ ਜਦੋਂ ਕਿਤਾਬ ਛਪ ਗਈ ਤਾਂ ਇੱਕ ਦਿਨ ਰਾਤ ਨੂੰ 2 ਵਜੇ ਜੱਗੀ ਸਾਹਿਬ ਨੇ ਮੈਨੂੰ ਜਗਾਇਆ। ਕਿਤਾਬ ਤਾਂ ਨਹੀਂ ਛਪਣੀ ਚਲੀ ਗਈ? ਮੈਂ ਕਿਹਾ ਜੀ ਚਲੇਗੀ। ਲਿਖ ਢਿਰਕ ਸ਼ਬਦ ਦੇ ਅਰਥ ਲੱਭ ਗਏ ਮੈਨੂੰ, ਫਲਾਣੇ ਥਾਂ 'ਤੇ ਵਰਤੇ ਆ, ਫਲਾਨੀ ਜਿਹੜੀ ਆ ਸਾਖੀ ਉਹਦੇ 'ਚ ਵਰਤੇ ਆ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਪੀਰੋ ਨੂੰ ਪੜ੍ਹਦਿਆਂ ਬਹੁਤ ਸਾਰੀਆਂ ਚੁਣੌਤੀਆਂ ਸੀ, ਖਾਸ ਤੌਰ 'ਤੇ ਭਾਸ਼ਾ ਨੂੰ ਲੈ ਕੇ, ਕਿ 1.5 ਸਦੀ 'ਚ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ, ਲਫ਼ਜ਼ਾਵਲੀ ਇੰਨੀ ਬਦਲ ਗਈ ਆ ਕਿ ਸਾਨੂੰ ਵੀ ਹੁਣ ਉਹ ਜਿਹੜੇ ਸ਼ਬਦ ਹੈਗੇ ਆ, ਜੇ ਅਗਲੀ ਪੀੜ੍ਹੀਆਂ ਤੱਕ ਨਾ ਪਹੁੰਚਾਏ ਜਾਂਦੇ ਸਾਡਾ ਤਾਂ ਨਹੀਂ ਸੀ ਸਮਝ ਆਉਣੀ। ਖੈਰ, ਅੱਜ ਮੈਂ ਬਹੁਤੀਆਂ ਸਿਧਾਂਤਕ ਗੱਲਾਂ ਨਾ ਕਰਾਂ। ਜਦੋਂ ਮੈਂ ਲਾਜਵੰਤੀ ਰਾਮ ਕਿਸ਼ਨ ਦੀ ਕਿਤਾਬ ਅਨੁਵਾਦ ਕੀਤੀ ਅਤੇ ਮੈਨੂੰ ਲੱਗਿਆ ਵੀ ਲਾਜਵੰਤੀ ਰਾਮ ਕਿਸ਼ਨ ਬਾਰੇ ਕੁਛ ਲਿਖ ਵੀ ਦਿਆਂ, ਪਤਾ ਵੀ ਲੱਗੇ। ਇੱਕ ਬੰਦੇ ਨੇ ਸਿਰਫ ਇੱਕ ਸਤਰ ਦੱਸੀ ਮੈਨੂੰ, ਔਰ ਉਹ ਵੀ ਪ੍ਰੋਫੈਸਰ ਪ੍ਰੀਤਮ ਸਿੰਘ, ਜਿਹਨੂੰ ਅਸੀਂ ਸਮਝਦੇ ਹਾਂ ਵੀ ਜੇ ਪ੍ਰੋਫੈਸਰ ਪ੍ਰੀਤਮ ਸਿੰਘ ਕੋਲ ਚੱਲ ਜਗੇ ਤਾਂ ਸਾਰੇ ਕਿਲਿਆਂ ਦੇ ਜਿਹੜੇ ਜਿੰਦਰੇ ਨਾ ਉਹ ਖੁੱਲ੍ਹ ਸਮਸਮ ਨਾਲ ਖੁੱਲ੍ਹ ਜਾਂਦੇ ਆ। ਮੈਨੂੰ ਕਈ ਦਿਨ ਲਾਰੇ ਲਾਉਂਦੇ ਰਹੇ, ਮੈਨੂੰ ਕਹਿੰਦੇ ਵੀ ਤੂੰ ਪਟਿਆਲੇ ਆ ਜਾ। ਮੈਂ ਪਟਿਆਲੇ ਆਇਆ ਅਤੇ ਮੈਨੂੰ ਕਹਿੰਦੇ ਲਾਹੌਰ 'ਚ ਇੱਕ ਦੁਕਾਨ ਹੁੰਦੀ ਸੀ, ਸਾਰੇ ਲਾਹੌਰ 'ਚ ਇੱਕੋ ਹੀ ਦੁਕਾਨ ਸੀ ਜਿਹਦੇ 'ਚ ਮਾਰਬਲ ਲੱਗਿਆ ਸੀ ਪੌੜੀਆਂ 'ਚ, ਉਹ ਲਾਜਵੰਤੀ ਰਾਮ ਕਿਸ਼ਨ ਦੇ ਪਿਓ ਦੀ ਦੁਕਾਨ ਸੀ। ਮੈਂ ਕਿਹਾ ਲਾਜਵੰਤੀ ਬਾਰੇ? ਕਹਿੰਦੇ ਉਹਦੇ ਬਾਰੇ ਮੈਨੂੰ ਕੁਛ ਪਤਾ ਨਹੀਂ। ਮੈਂ ਆਪਦੀ ਯੂਨੀਵਰਸਿਟੀ 'ਚ ਟੱਕਰਾਂ ਮਾਰੀਆਂ, ਜਿੱਥੇ 1962 ਤੱਕ, 72 'ਚੋਂ ਬੀਬੀ ਮਰਦੀ ਆ, 1962 ਤੱਕ ਉਹ ਸਾਡੀ ਯੂਨੀਵਰਸਿਟੀ 'ਚ ਆਉਂਦੀ ਰਹੀ, ਕਿਸੇ ਨੂੰ ਕੁਛ ਪਤਾ ਨਹੀਂ ਸੀ। ਮੈਂ ਮੇਰਠ ਗਿਆ, ਉਹਦੇ ਪੁੱਤਰ ਨੂੰ ਲੱਭਣ ਲਈ 2 ਵਾਰ ਇੰਗਲੈਂਡ ਗਿਆ, ਬੜੀ ਮੁਸ਼ਕਿਲ ਹੋਈ, ਕੁਛ ਨਾ ਪਤਾ ਲੱਗੇ। ਇੱਧਰੋਂ ਉੱਧਰੋਂ ਕਰਕੇ ਤੁਹਾਡੀ ਯੂਨੀਵਰਸਿਟੀ 'ਚ ਆਇਆ। ਇੱਥੇ ਮੈਨੂੰ M ਸਲੀਮ ਮਿਲ ਗਿਆ, ਪਾਕਿਸਤਾਨ ਤੋਂ ਆਏ ਸੀ। ਮੈਨੂੰ ਕਹਿੰਦੇ ਵੀ ਚੱਲ ਇੱਥੇ ਅੰਦਰ ਤਾਂ ਇਹ ਖੱਚ ਮਾਰਦੇ ਆ, ਆਪਾਂ ਬਾਹਰ ਬਹਿ ਕੇ ਗੱਲਾਂ ਮਾਰਦੇ ਹਾਂ ਸੈਮੀਨਾਰਾਂ ਬਾਰੇ। ਅਸੀਂ ਜੋ ਸੈਮੀਨਾਰਾਂ 'ਚ ਕਰਦੇ ਹਾਂ ਉਹਦੇ ਬਾਰੇ ਸਾਡਾ ਲੋਕਾਂ ਦਾ ਇਹ ਇੰਪਰੈਸ਼ਨ ਆ। ਅਸੀਂ ਜਿਹੜੀ ਤੁਹਾਡੀ ਇੱਥੇ ਨਿੱਕੀ ਜਿਹੀ ਕਿਕਰੀ ਹੈ, ਇੱਥੇ ਬਹਿ ਕੇ ਚਾਹ ਪੀਣ ਲੱਗੇ, ਗਰਮੀ ਦੇ ਦਿਨ ਸੀ, ਮਈ ਸੀ ਉਦੋਂ। ਮੈਂ ਕਿਹਾ ਵੀ ਬਾਬਾ ਜੀ ਮਸਲਾ ਕੀ ਆ? ਉਹ ਕਹਿੰਦੇ ਵੀ ਮੁੜ ਕੇ ਤਾਂ ਮੈਨੂੰ ਵੀਜ਼ਾ ਨਹੀਂ ਮਿਲਣਾ, ਹੁਣ ਤਾਂ ਮੇਰੇ ਕੋਲ ਵੀਜ਼ਾ ਸੀਗਾ, ਮੇਰਾ ਵੀਜ਼ਾ ਖਤਮ ਹੋ ਜਾਣਾ, ਹੁਣ ਗਾਹ ਨਹੀਂ ਮਿਲਣਾ। ਮੈਂ ਕਿਹਾ ਫਿਰ ਐਂ ਕਰੋ, ਕਿਤਾਬਾਂ ਜਿਹੜੀਆਂ ਜਾਣੀਆਂ ਸਾਰੀਆਂ ਲੈ ਜਾਓ। ਕਹਿੰਦੇ ਪੈਸੇ ਨਹੀਂ। ਮੈਂ ਕਿਹਾ ਪੈਸਿਆਂ ਦੀ ਚਿੰਤਾ ਨਾ ਕਰੋ, ਤੁਸੀਂ ਕਿਤਾਬਾਂ ਇਕੱਠੀਆਂ ਕਰੋ। ਕਹਿੰਦੇ ਮੈਂ ਬੁੱਢਾ, ਮੇਰੇ ਤੋਂ ਚੱਕੀਆਂ ਨਹੀਂ ਜਾਣੀਆਂ। ਮੈਂ ਕਿਹਾ ਮੇਰਾ ਸਟੂਡੈਂਟ ਲੱਗਾ ਉੱਥੇ ਬਾਘੇ ਬਾਰਡਰ 'ਤੇ, ਤੁਹਾਨੂੰ ਆਪੇ ਪਹੁੰਚਾ ਦੂ। ਅਸੀਂ ਕਿਤਾਬਾਂ ਇਕੱਠੀਆਂ ਕਰਕੇ ਫਿਰ ਦੁਬਾਰੇ ਚਾਹ ਪੀਣ ਲੱਗੇ। ਮੈਨੂੰ ਕਹਿੰਦੇ ਵੀ ਕੀ ਕਰਦਾ? ਮੈਂ ਕਿਹਾ ਮੈਂ ਤਾਂ ਬੜਾ ਪਰੇਸ਼ਾਨ ਹਾਂ, ਮੈਨੂੰ ਤਾਂ ਲਾਜਵੰਤੀ ਰਾਮ ਕਿਸ਼ਨ ਬਾਰੇ ਕੁਛ ਨਹੀਂ ਪਤਾ ਲੱਗਦਾ। ਕਹਿੰਦਾ ਵੀ ਉਹਦੇ ਪਿਓ ਦੀ ਦੁਕਾਨ ਤਾਂ ਲਾਹੌਰ 'ਚ ਦੁਕਾਨ ਹੈਗੀ ਹੈ ਜੇ। ਮੈਂ ਕਿਹਾ ਅੱਛਾ, ਤੁਹਾਡੇ ਕੋਲ ਕੋਈ ਸੋਰਸ? ਕਹਿੰਦੇ ਵੀ ਮੈਂ ਤੈਨੂੰ ਇੱਕ ਟੈਲੀਗ੍ਰਾਮ ਭੇਜੂੰਗਾ। ਮੇਰੇ ਕੋਲ ਇੱਕ ਟੈਲੀਗ੍ਰਾਮ ਆ, ਜਿਹੜੀ ਰਾਮ ਕਿਸ਼ਨ ਦੇ ਇੱਕ ਪੁੱਤਰ ਨੇ, ਜਿਹੜਾ ਰੂਪ ਕਿਸ਼ਨ ਸੀ, ਜਿਹੜਾ ਬਹੁਤ ਵੱਡਾ ਆਰਟਿਸਟ ਸੀ, ਜਿਹੜਾ ਅੰਮ੍ਰਿਤਾ ਸ਼ੇਰਗਿੱਲ ਨੂੰ ਕਹਿੰਦਾ ਸੀ ਵੀ ਇਹ ਨਕਲ ਮਾਰਦੀ ਆ, ਔਰ ਉਹਦੀ ਵਾਈਫ ਜਿਹੜੀ ਸੀਗੀ ਉਹ ਬ੍ਰਿਟਿਸ਼ ਸੀ, ਉਹ ਵੀ ਬਹੁਤ ਅੱਛੀ ਆਰਟਿਸਟ ਸੀ। ਮੈਨੂੰ ਜਾ ਕੇ ਉਹਨੇ 2 ਚੀਜ਼ਾਂ ਭੇਜੀਆਂ ਉੱਥੋਂ, M ਸਲੀਮ ਨੇ। ਇੱਕ ਉਹਦੇ ਭਰਾ ਦੀ ਰੂਪ ਕਿਸ਼ਨ ਦੀ ਟੈਲੀਗ੍ਰਾਮ, ਜਿਹੜੀ ਉਹਨੇ ਕਥਾ ਕਹਾਣੀ ਵਾਲਿਆਂ ਨੂੰ ਪਾਈ ਸੀ, ਟੈਲੀਗ੍ਰਾਮ ਪਾਈ ਸੀ ਪਿਸ਼ੌਰ ਦੇ ਕਿਸੇ ਕਥਾ ਕਹਾਣੀ ਵਾਲੇ ਬਾਜ਼ਾਰ ਵਾਲੇ ਨੂੰ, ਵੀ ਸਾਨੂੰ ਆਹ ਕਿਤਾਬ ਭੇਜੋ। ਉੱਥੋਂ ਮੈਨੂੰ ਇਹ ਐਸਟੈਬਲਿਸ਼ ਹੋਇਆ ਕਿ ਰੂਪ ਕਿਸ਼ਨ ਅਤੇ ਲਾਜਵੰਤੀ ਰਾਮ ਕਿਸ਼ਨ ਸਕੇ ਭੈਣ ਭਰਾ ਆ, ਅਤੇ ਇਹ ਰਾਮਾ ਕਿਸ਼ਨ ਸੰਤ ਦੇ ਬੱਚੇ ਆ। ਫਿਰ ਮੈਨੂੰ ਉਹਨੇ 2 ਕਿਤਾਬਾਂ ਭੇਜੀਆਂ, ਜਿਹੜੀਆਂ ਕਿਸੇ ਕੁਆੜਗੇ ਤੋਂ ਮਿਲੀਆਂ ਸੀ ਉਹਨੂੰ, ਔਰ ਦੋਨੇ ਕਿਤਾਬਾਂ ਜਿਹੜੀਆਂ ਸੀ ਉਹ ਕੋ-ਆਥਰ ਸੀਗੇ, ਰੂਪ ਕਿਸ਼ਨ ਅਤੇ ਉਹਦੀ ਵਾਈਫ। ਇੱਕ ਕਵਿਤਾ ਦੀ ਕਿਤਾਬ ਸੀ, ਇੱਕ ਆਰਟ ਅਤੇ ਲੇਖ ਸੀ। ਕਰਦੇ ਕਰਦੇ ਮੈਂ 15-16 ਸਫ਼ੇ ਦਾ ਲੇਖ ਲਿਖ ਲਿਆ, ਬਹੁਤ ਟੱਕਰਾਂ ਮਾਰ ਕੇ ਇੱਧਰੋਂ ਉੱਧਰੋਂ। ਕਿਤਾਬ ਨਾ ਲੱਭੇ। ਇੱਕ ਕਿਤਾਬ ਦਾ ਜ਼ਿਕਰ ਜਦੋਂ ਮੈਂ ਹਰਨਾਮ ਸਿੰਘ ਸ਼ਾਂਤ ਕੋਲ ਜਾਵਾਂ, ਉਹ ਕਹਿੰਦੇ ਕਿਤਾਬ ਤਾਂ ਮੈਨੂੰ ਦਿੱਤੀ ਹੈ, ਮੈਨੂੰ ਦੇ ਕੇ ਗਏ ਨੇ। ਸਾਰੀ ਲਾਇਬ੍ਰੇਰੀ ਫੋੜ ਮਾਰੀ, ਕਿਤਾਬ ਮੈਨੂੰ ਉਹ ਲਾਇਬ੍ਰੇਰੀ ਫੋਲਣ ਨਾ ਦੇਣ, ਕਿਉਂਕਿ ਲਾਇਬ੍ਰੇਰੀ ਤੁਹਾਡੀ ਯੂਨੀਵਰਸਿਟੀ ਨੂੰ ਡੋਨੇਟ ਕਰਤੀ ਸੀ। ਪਹਿਲਾਂ ਮੈਂ ਮੋਹਾਲੀ ਜਾਣਾ, ਮੋਹਾਲੀ 'ਚ ਇੱਕ ਤੁਹਾਡੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਹੈ ਮੇਰੇ ਘਰ ਦੇ ਕੋਲੇ, ਉੱਥੋਂ ਵਾਲੀਆਂ ਬੀਬੀਆਂ ਨੂੰ ਨਾਲ ਲਿਆਉਣਾ, ਉਹਨਾਂ ਨੂੰ ਮਿੰਨਤਾਂ ਕਰਕੇ ਸਮੋਸੇ ਖਵਾ ਕੇ, ਕਚੌਰੀਆਂ ਖਵਾ ਕੇ ਨਾਲ ਲਿਆਉਣਾ ਵੀ ਤੁਸੀਂ ਚੱਲੋ, ਮੈਂ ਉਹ ਲਾਇਬ੍ਰੇਰੀ ਫੋਲ ਲਵਾਂ। ਕਿਤਾਬ ਨਹੀਂ ਮੈਨੂੰ ਮਿਲੀ। ਚਲੋ ਇੰਦਾ ਮੀਨ ਟਾਈਮ ਜੈਨ ਸਾਹਿਬ ਕਾਹਲੇ ਪੈ ਗਏ, ਮੈਂ ਕਿਤਾਬ ਛਾਪਤੀ। ਜਦੋਂ ਪੀਰੋ ਵਾਲੀ ਲਾਜਵੰਤੀ ਵਾਲੀ ਕਿਤਾਬ ਛਪੀ ਤਾਂ ਡਾਕਟਰ ਗੁਰਮੁਖ ਸਿੰਘ ਹੁੰਦੇ ਸੀ ਭਾਸ਼ਾ ਭਾਗ 'ਚ, ਸਕਾਲਰ ਸੀ ਪੁਰਾਣੇ। ਮੈਨੂੰ ਉਹਨਾਂ ਦਾ ਸਵੇਰੇ ਫੋਨ ਆਇਆ, ਮੈਨੂੰ ਕਹਿੰਦੇ ਵੀ ਤੂੰ ਲਾਜਵੰਤੀ ਵਾਲੀ ਕਿਤਾਬ ਕੀਤੀ ਹੈ, ਮੈਨੂੰ ਜੈਨ ਨੇ ਭੇਜੀ ਹੈ, ਮੈਂ ਪੜ੍ਹੀ ਹੈ, ਮੈਂ ਬੜਾ ਖੁਸ਼ ਹੋਇਆ, ਤੈਨੂੰ ਇੱਕ ਇਨਾਮ ਦੇਣਾ।
ਮੈਨੂੰ ਲੱਗਿਆ ਵੀ ਇਹਨਾਂ ਕੋਲੇ ਉਹ ਕਿਤਾਬ ਹੋਣੀ ਹੈ। ਕਿਤਾਬ ਕੀ ਸੀ? ਬਚਿੱਤਰ ਨਾਟਕ ਦਾ ਹਿੰਦੀ ਕਵਿਤਾ ਵਿੱਚ ਅਨੁਵਾਦ, ਜਿਹੜਾ ਲਾਜਵੰਤੀ ਰਾਮ ਕਿਸ਼ਨ ਨੇ ਕੀਤਾ ਸੀ, ਪਰ ਕਿਤੋਂ ਨਹੀਂ ਸੀ ਮਿਲਦਾ, ਉਹ ਲੱਭਿਆ ਨਹੀਂ ਸੀ ਮੈਨੂੰ। ਦਿੱਲੀ ਬੜੀਆਂ ਮੱਥਾ ਮਾਰੇ, ਇੰਗਲੈਂਡ ਤੱਕ ਮੱਥਾ ਮਾਰੇ। ਅਲਟੀਮੇਟ ਮੈਂ ਉਹਨੂੰ ਕਿਹਾ ਵੀ ਬਾਬਾ ਜੀ ਤੁਸੀਂ ਕਿਤੇ ਮੈਨੂੰ ਬਚਿੱਤਰ ਨਾਟਕ ਤਾਂ ਨਹੀਂ ਦੇਣਾ ਹਿੰਦੀ ਵਾਲਾ? ਕਹਿੰਦਾ ਹਾਂ, ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਂ ਕਿਹਾ ਜੀ ਮੈਨੂੰ ਉਹੀ ਨਹੀਂ ਲੱਭਿਆ। ਮੈਂ ਉਹਨਾਂ ਦੀਆਂ ਫਰੈਂਚ ਵਾਲੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ, ਅੰਗਰੇਜ਼ੀ ਵਾਲੀਆਂ ਕਿਤਾਬਾਂ ਦੇ ਸਾਰੇ ਐਡੀਸ਼ਨ ਇਕੱਠੇ ਕਰ ਲਏ। ਮੈਨੂੰ ਕਹਿੰਦੇ ਆ ਕੇ ਲੈ ਜੀ। ਮੈਨੂੰ ਕਿੱਥੇ ਚੈਨ ਆਉਣੀ ਸੀ, ਮੈਂ ਦੁਪਹਿਰ ਨੂੰ ਆਇਆ, ਉਹਨਾਂ ਤੋਂ ਲੈ ਗਿਆ। ਉਹਦੇ 'ਚੋਂ ਮੈਨੂੰ ਕੁਛ ਨਵੀਆਂ ਗੱਲਾਂ ਪਤਾ ਲੱਗੀਆਂ, ਨਵੇਂ ਐਡੀਸ਼ਨ 'ਚ ਮੈਂ ਛਾਪ ਗਿਆ। ਮੈਂ ਕਹਿਣਾ ਕੀ ਚਾਹੁੰਦਾ ਤੁਹਾਨੂੰ ਕਿ ਅਸੀਂ ਐਡੇ ਛੇਤੀ ਭੁੱਲ ਜਾਂਦੇ ਆਪਣੇ ਬੰਦਿਆਂ ਨੂੰ। 1872 'ਚ ਪੀਰੋ ਮਰੀ, ਅਸੀਂ ਉਹਨੂੰ ਯਾਦ ਨਹੀਂ ਕਰਦੇ। 1972 'ਚ ਡਾਕਟਰ ਲਾਜਵੰਤੀ ਰਾਮ ਕਿਸ਼ਨ ਸਾਡੇ ਬਿਲਕੁਲ ਨਜ਼ਦੀਕ ਦੇ ਸਮੇਂ ਦੀ ਔਥਰ, ਉਹ ਔਥਰ ਜਿਹਨੇ 2 PhD'ਆਂ ਕੀਤੀਆਂ। 1929 'ਚ ਮੇਰੇ ਖਿਆਲ 'ਚ ਹਿੰਦੁਸਤਾਨ 'ਚ ਬਹੁਤ ਘੱਟ ਔਰਤਾਂ ਨੇ PhD ਕੀਤੀ ਹੋਣੀਆਂ। ਪਹਿਲੀ PhD 1929 ਤੋਂ ਆ, ਉਸ ਕਾਲਜ ਦਾ ਫਰਾਂਸ ਤੋਂ ਆ, ਜਿਹਨੇ ਸਾਰੇ ਵੱਡੇ ਚਿੰਤਕ ਪੈਦਾ ਕੀਤੇ ਜਿਨ੍ਹਾਂ ਨੂੰ ਤੁਸੀਂ ਪੜ੍ਹਦੇ ਆ। ਰੋਲਾਂ ਬਾਰਥ ਤੋਂ ਲੈ ਕੇ ਜਿੰਨੇ ਫ੍ਰੈਂਚ ਦੇ ਚਿੰਤਕ ਨੇ ਜਿਹੜੇ ਉਸੇ ਕਾਲਜ ਦੀ ਪ੍ਰੋਡਕਟ ਨੇ, ਲਾਜਵੰਤੀ ਰਾਮ ਕਿਸ਼ਨ ਨੇ ਪਹਿਲੀ PhD ਉੱਥੋਂ ਕੀਤੀ। M ਸਲਵਾ ਲੇਵੀ ਨੇ ਉਸ ਫ੍ਰੈਂਚ ਵਾਲੀ ਕਿਤਾਬ ਦੀ, ਪੰਜਾਬੀ ਸੂਫੀ ਪੋਇਟਸ ਫ੍ਰੈਂਚ ਦੇ ਵਿੱਚ ਲਿਖੀ, ਉਹਨੇ ਉਹਦੀ ਪਹਿਲੀ ਜਿਹੜੀ ਭੂਮਿਕਾ ਸੀਗੀ ਉਹ M ਸਲਵਾ ਲੇਵੀ ਨੇ ਲਿਖੀ ਆ, ਜਿਹੜਾ ਇਹ ਤੋਂ ਇੰਨਾ ਪ੍ਰਭਾਵਿਤ ਹੋਇਆ ਪੰਜਾਬੀ ਸੂਫੀ ਪੋਇਟਸ ਤੋਂ ਕਿ ਟੈਗੋਰ ਨੂੰ ਮਿਲਣ ਹਿੰਦੁਸਤਾਨ 'ਚ ਆਇਆ ਕਿ ਤੁਹਾਡੇ ਦੇਸ਼ ਵਿੱਚ ਇਸ ਕਿਸਮ ਦੇ ਲੋਕ ਹੋਏ ਨੇ। ਖੈਰ, ਇਹ ਮੈਂ ਗੱਲਾਂ ਕਿਉਂ ਦੱਸ ਰਿਹਾ? ਇਸ ਕਰਕੇ ਦੱਸ ਰਿਹਾ ਕਿ ਆਹ ਸਿਧਾਂਤਕ ਮਗਜੌਲੀ ਤਾਂ ਮੈਂ ਬਹੁਤ ਮਾਰੀ ਆ, ਲੇਖ ਮੇਰੇ ਬਹੁਤ ਸਹੀ ਛਪੇ, ਤੁਸੀਂ ਪੜ੍ਹ ਲਓਗੇ। ਮੈਂ ਇਸ ਕਰਕੇ ਦੱਸ ਰਿਹਾ ਕਿ ਮੈਨੂੰ ਪਤਾ ਕਿ ਤੁਹਾਡੇ 'ਚੋਂ ਕੁਝ ਵਿਦਿਆਰਥੀ ਜਿਹੜੇ ਨੇ ਰਿਸਰਚ ਕਰਨੀ ਆ, ਅਤੇ ਰਿਸਰਚਰ ਨੂੰ ਬੜੀ ਪੇਸ਼ੈਂਸ ਰੱਖ ਕੇ ਕੰਮ ਕਰਨਾ ਪੈਂਦਾ ਹੁੰਦਾ। ਕਈ ਵਾਰੀ ਇੱਕ ਸ਼ਬਦ ਮੈਨੂੰ ਯਾਦ ਆ ਕਿ ਜੇ ਮੇਰੇ ਕੋਲ ਉਹ ਟੈਲੀਗ੍ਰਾਮ ਨਾ ਆਉਂਦੀ ਰੂਪ ਕਿਸ਼ਨ ਵਾਲੀ, ਤਾਂ ਮੇਰੇ ਤੋਂ ਇਹ ਸਾਰੀਆਂ ਤੰਦਾਂ ਨਹੀਂ ਸੀ ਜੁੜਦੀਆਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ 'ਤੇ ਬਹੁਤ ਪ੍ਰੈਸ਼ਰ ਆ। ਮੈਨੂੰ ਪਾਕਿਸਤਾਨ ਵਾਲੇ ਬਾਰ-ਬਾਰ ਕਹਿ ਰਹੇ ਆ ਕਿ ਤੂੰ ਉਹ ਦੁਕਾਨ ਕਿਵੇਂ ਵੰਡੀ ਗਈ। ਮੈਂ ਹੁਣ ਆਪਣੀ ਗੱਲ 'ਤੇ ਆਉਣਾ ਚਾਹੁੰਦਾ। ਡਾਕਟਰ ਲਾਜਵੰਤੀ ਰਾਮ ਕਿਸ਼ਨ ਦੇ ਬਾਪ ਦੀ ਦੁਕਾਨ ਜਿਹੜੀ ਲਾਹੌਰ 'ਚ ਸਭ ਤੋਂ ਮਸ਼ਹੂਰ ਦੁਕਾਨ ਸੀ ਕਿਤਾਬਾਂ ਦੀ, ਔਰ ਉਹ ਬੰਦਾ ਆਪ ਅਨਪੜ੍ਹ ਸੀ। ਉਹ ਔਰਫਨ ਸੀ, ਯਤੀਮ ਸੀ ਅਤੇ ਅਨਪੜ੍ਹ ਸੀ, ਪਰ ਉਹਨੇ ਪ੍ਰਕਾਸ਼ਨ ਦਾ ਕੰਮ ਕੀਤਾ। 5 ਪੁੱਤਰ ਸੀ, 2 ਧੀਆਂ ਸੀ। 2 ਦੁਕਾਨਾਂ ਲਾਹੌਰ 'ਚ ਹੀ ਬਣਾ ਦਿੱਤੀਆਂ ਸੀ ਉਹਨਾਂ ਨੇ। ਉਸ ਤੋਂ ਬਾਅਦ ਉਹ ਦੁਕਾਨ ਜਿਹੜੀ ਸੀਗੀ, ਇੱਕ ਦੁਕਾਨ ਲਾਹੌਰ ਤੋਂ ਸਿੱਧੀ ਲਖਨਊ ਚਲੀ ਗਈ, ਦੂਜੀ ਅੰਬਾਲੇ ਆਈ। ਲਾਹੌਰੀਆਂ ਦਾ ਅੰਬਾਲੇ 'ਚ ਦਿਲ ਨਹੀਂ ਸੀ ਲੱਗ ਸਕਦਾ, ਕਿਉਂਕਿ ਲਾਹੌਰ ਦਾ ਅਤੇ ਅੰਬਾਲੇ ਦਾ ਕਲਚਰ ਵੱਖਰਾ ਸੀ। ਅੰਬਾਲਾ ਤਾਂ ਇੱਕ ਛੋਟਾ ਜਿਹਾ ਪਛੜਿਆ ਪਿੰਡ ਸੀ ਨਾ ਲਾਹੌਰ ਦੇ ਮੁਕਾਬਲੇ। ਉਹ ਇੱਥੋਂ ਸਭ ਕੁਛ ਵੇਚ ਕੇ ਚਲਾ ਗਿਆ, ਜਾ ਕੇ ਕਨਾਟ ਪ੍ਰਦੇਸ਼ ਵਿੱਚ ਦੁਕਾਨ ਲੈ ਲਈ। ਹਿੰਦੀ ਦੇ ਸਾਰੇ ਵੱਡੇ ਜਿਹੜੇ ਲੇਖਕ ਸੀਗੇ, ਨਾਮਵਰ ਸਿੰਘ ਹੁਣੀ ਅਤੇ ਆਪਣੇ ਇਹ ਅਸ਼ੋਕ ਵਾਜਪਾਈ ਹੁਣੀ, ਉਹਨਾਂ ਤੋਂ ਮੈਨੂੰ ਪਤਾ ਲੱਗਿਆ ਵੀ ਇਹ ਦੁਕਾਨ ਸੀ। ਹੁਣ ਕਸ਼ਮੀਰੀ ਸ਼ਾਲ ਵੇਚਦੇ ਉੱਥੇ। ਉਹੀ ਦੁਕਾਨ ਦਾ ਇੱਕ ਹਿੱਸਾ, ਇੱਕ ਨੂੰਹ ਜਿਹੜੀ ਸੀਗੀ ਬੰਬੇ ਚਲੀ ਗਈ, ਉਹਨੇ ਬੰਬੇ ਨਾ ਉਹੀ ਰਿਹਾ ਰਾਮ ਕਿਸ਼ਨ ਸੰਸ। ਇੱਕ ਪੁੱਤਰ ਸ਼ਿਮਲੇ ਚਲਾ ਗਿਆ। ਸ਼ਿਮਲੇ ਕਿਤੇ ਮਾਲ 'ਤੇ ਜਾਓ, ਮਨਰਬਾ ਬੁੱਕ ਡੀਪੂ ਆ, ਉਹ 20 ਸਾਲ ਪਹਿਲਾਂ ਵੇਚ ਕੇ, ਉਹ ਵੀ ਇਹਨਾਂ ਦਾ ਸੀ। ਮਤਲਬ ਉਹ ਦੁਕਾਨ 5 ਥਾਂ ਹੀ ਵੰਡੀ ਗਈ। ਮੈਂ ਜਿਹੜੀ ਕਿਤਾਬ ਲਿਖਣੀ ਆ ਉਸ ਇਹ ਲਿਖਣੀ ਆ ਕਿ ਵੰਡ ਨੇ ਪੰਜਾਬੀਆਂ ਨੂੰ ਕਿੱਥੇ ਕਿੱਥੇ ਬਖੇਰਿਆ। ਇੱਕ ਟੱਬਰ ਲਾਹੌਰ ਤੋਂ ਜਿਉਂ ਵਿਖਰਨਾ ਸ਼ੁਰੂ ਹੁੰਦਾ ਆ, ਉਹ ਕੁਛ ਲਖਨਊ ਚਲਾ ਗਿਆ, ਕੁਛ ਬੰਬੇ ਚਲਾ ਗਿਆ, ਕੁਛ ਸ਼ਿਮਲੇ ਚਲਾ ਗਿਆ। ਇੱਕ ਪੁੱਤਰ ਪੰਜਾਬ ਨੂੰ ਵੀ ਮਿਲਿਆ ਉਹਨਾਂ 'ਚੋਂ, ਉਹ ਜਲੰਧਰ ਰਹਿੰਦਾ ਸੀ, ਸਭ ਤੋਂ ਖੂਬਸੂਰਤ ਪੁੱਤਰ ਸੀ, ਸਭ ਤੋਂ ਵਿਗੜਿਆ ਪੁੱਤਰ ਸੀ, ਵਿਆਹ ਨਹੀਂ ਸੀ ਕਰਾਇਆ, ਉਹ ਵੀ ਅੰਗਰੇਜ਼ੀ ਦੀਆਂ ਕਿਤਾਬਾਂ ਵੇਚਦਾ ਸੀ। ਉਹ ਜਾਂਦਾ ਜਾਂਦਾ ਸਾਰਾ ਸਮਾਨ ਅਤੇ ਦੁਕਾਨ ਆਪਣੀ ਆਪਣੇ ਨੌਕਰ ਦੇ ਨਾਂ ਕਰ ਗਿਆ। ਨੌਕਰ ਨੂੰ ਪਤਾ ਨਹੀਂ ਸੀ, ਨੌਕਰ ਨੇ ਕਿਤਾਬਾਂ ਕੂੜੇ 'ਚ ਵੇਚਤੀਆਂ ਅਤੇ ਦੁਕਾਨ ਜਿਹੜੀ ਵੇਚ ਕੇ ਹਿਮਾਚਲ ਚਲਾ ਗਿਆ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਮੈਨੂੰ ਬਾਰ-ਬਾਰ ਕਹਿ ਰਹੇ ਲਾਹੌਰ ਵਾਲੇ, ਹੁਣ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਜਦੋਂ ਵੀ ਪਾਕਿਸਤਾਨ ਜਾਵਾਂ, ਮੈਂ ਹੋਰ ਕਿਤੇ ਜਾਵਾਂ ਨਾ ਜਾਵਾਂ, ਮੈਂ ਉਸ ਦੁਕਾਨ ਦੀ ਹਰ ਵਾਰੀ ਵੀਡੀਓਗ੍ਰਾਫੀ ਕਰਕੇ ਆਉਣਾ, ਕਿਉਂਕਿ ਲਾਹੌਰ ਦੀ ਉਹ ਪਹਿਲੀ ਬਿਲਡਿੰਗ ਆ ਜਿਹੜੀ ਸੀਮਿੰਟ ਨਾਲ ਬਣੀ 1911 'ਚ। ਉਸ ਤੋਂ ਪਹਿਲਾਂ ਸਾਰਾ ਲਾਹੌਰ ਚੂਨੇ ਨਾਲ ਬਣਿਆ ਪਿਆ। ਚਲੋ ਇਹ ਮੈਂ ਸਧਾਰਨ ਗੱਲਾਂ ਤੁਹਾਨੂੰ ਤਾਂ ਕਰਦੀਆਂ ਸੀ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਬੀਬੀਆਂ ਆ ਜਿਨ੍ਹਾਂ 'ਤੇ ਮੈਂ ਕੰਮ ਕੀਤਾ, ਜਿਨ੍ਹਾਂ ਨੂੰ ਅਸੀਂ ਗੌਲਿਆ ਹੀ ਨਹੀਂ। ਨਿਰੰਗ ਦੇਵੀ ਬਾਰੇ ਸਿਰਫ 2 ਹਲਫੀਆਂ ਰੱਖਦੀਆਂ ਚੱਕ ਕੇ। ਬਹੁਤ ਸਾਰੀਆਂ ਔਰਤਾਂ ਨੇ ਮੇਰੇ ਕੋਲ, 25-30 ਔਰਤਾਂ ਦੀ ਟੈਕਸਟ ਆ ਮੇਰੇ ਕੋਲ, ਜਿਹੜੀ ਮੈਂ ਡੇਰਿਆਂ ਤੋਂ ਇਕੱਠੀ ਕੀਤੀ ਆ, ਜਿਹੜੀਆਂ ਬਹੁਤ ਸਧਾਰਨ ਔਰਤਾਂ ਸੀ, ਜਿਨ੍ਹਾਂ 'ਚੋਂ ਇੱਕ ਬੀਬੀ ਲਾਸਟ ਮੇਰੇ ਪਿੰਡ ਦੇ ਗੁਆਂਢ ਦੀ ਬੀਬੀ, ਇੱਕ 1951 'ਚ ਉਹਦਾ ਆਪਰੇਸ਼ਨ ਹੋਣ ਦੀ ਸੂਚਨਾ ਤਾਂ ਮਿਲਦੀ ਆ ਕਿ ਉਹਦੀਆਂ ਅੱਖਾਂ ਦਾ ਆਪਰੇਸ਼ਨ 1951 'ਚ ਹੋਇਆ। ਉਦੋਂ ਬਾਅਦ ਕਿੱਥੇ ਗਈ ਕੁਛ ਨਹੀਂ ਪਤਾ ਲੱਗਦਾ। ਮੇਰੇ ਗੁਆਂਢ ਪਿੰਡ ਦੀ ਚੂੜ ਚੱਕਦੀ ਸੀ। ਕਿਹੜੇ ਚੂੜ ਚੱਕਦੀ ਸੀ? 10 ਚੂੜ ਚੱਕ ਨੇ ਪੰਜਾਬ ਦੇ ਵਿੱਚ, 10 ਗਾਹਦੇ, ਕਿਤੋਂ ਨਹੀਂ ਪਤਾ ਲੱਗਾ ਵੀ ਉਹ ਕਿਹੜੇ ਚੂੜ ਚੱਕਦੀ ਆ। ਖੈਰ, ਮੈਂ ਤਾਂ ਗੱਲਾਂ ਕਰ ਰਿਹਾ ਕਿ ਜਿਨ੍ਹਾਂ ਬੱਚਿਆਂ ਨੇ ਥੋੜ੍ਹੇ 'ਚੋਂ ਖੇਤਰੀ ਕਾਰਜ ਕਰਨਾ ਹੈ। ਮੈਂ ਡਾਕਟਰ ਨਾਹਰ ਸਿੰਘ ਨੂੰ ਖੇਤਰੀ ਖੋਜ ਕਾਰਜ ਕਰਦਾ ਦੇਖਿਆ, ਮੈਂ ਨਾਲ ਹੁੰਦਾ ਸੀ ਉਹਨਾਂ ਦੇ ਕਈ ਥਾਈਂ, ਕਿ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ।
ਸੋ ਆਪਾਂ ਹੁਣ ਗੱਲ ਕਰੀਏ ਪੀਰੋ ਦੀ। 19ਵੀਂ ਸਦੀ ਦੀ ਦਵੰਗ ਸ਼ਾਇਰਾ ਆ। ਬਹੁਤ ਸਾਰੇ ਲੋਕਾਂ ਨੇ ਇਹਨੂੰ ਕਾਫਰ ਕਿਹਾ। ਕਾਫਰ ਉਹਨੂੰ ਇਸ ਕਰਕੇ ਕਿਹਾ ਗਿਆ ਕਿ ਜਿਹੜਾ ਸਾਡਾ ਸਾਊ ਸਲੀਕੇ ਵਾਲਾ ਸਮਾਜ ਹੁੰਦਾ ਉਹਦੀ ਕਿਸੇ ਮਰਿਆਦਾ ਨੂੰ ਪੀਰੋ ਨੇ ਨਹੀਂ ਮੰਨਿਆ। ਨਾ ਉਹਨੇ ਵਿਆਹ ਦੀ ਪ੍ਰਥਾ ਨੂੰ ਮੰਨਿਆ, ਨਾ ਉਹਨੇ ਧਰਮ ਅਤੇ ਵਰਨ ਦੀ ਪ੍ਰਥਾ ਨੂੰ ਮੰਨਿਆ, ਨਾ ਉਹਨੇ ਜਾਤੀ ਪ੍ਰਥਾ ਨੂੰ ਮੰਨਿਆ। ਇੱਥੋਂ ਤੱਕ ਕਿ ਉਹਨੇ ਜਿਹੜੀ ਪਰਿਵਾਰ ਦੀ ਸੰਸਥਾ ਸੀ ਉਹਨੂੰ ਵੀ ਸਵੀਕਾਰ ਨਹੀਂ ਕੀਤਾ। ਸੋ ਜਿਹੜਾ ਬੰਦਾ ਜਿੰਨੀਆਂ ਵੀ ਸਾਡੀਆਂ, ਚਾਹੇ ਉਹ ਵਰਨ ਦੀਆਂ ਸੰਸਥਾਵਾਂ ਹੋਣ, ਧਰਮ ਦੀਆਂ ਸੰਸਥਾਵਾਂ ਹੋਣ, ਪਿੱਤਰ ਸੱਤਾ ਦੀਆਂ ਸੰਸਥਾਵਾਂ ਹੋਣ, ਜਿਹੜਾ ਬੰਦਾ ਸਾਡੀਆਂ ਸੰਸਥਾਵਾਂ ਵੱਲ ਪਿੱਠ ਕਰਕੇ ਖੜਾ ਹੋਵੇ ਔਰ ਮਜ਼ਬੂਤੀ ਨਾਲ ਪਿੱਠ ਕਰਕੇ ਖੜਾ ਹੋਵੇ ਅਤੇ ਸਾਰੀਆਂ ਇਹਨਾਂ ਸੰਸਥਾਵਾਂ ਦੇ ਸਾਊ ਸਲੀਕੇ ਵਾਲੇ ਵਿਵਹਾਰ ਨੂੰ ਠੁੱਠ ਦਿਖਾਉਂਦਾ ਹੋਵੇ ਔਰ ਬੜੀ ਰੌਦਰ ਭਾਸ਼ਾ 'ਚ, ਕਿਉਂਕਿ ਪੀਰੋ ਤਾਂ ਸਿੱਧੀਆਂ ਗਾਲਾਂ ਕੱਢਦੀ ਆ। ਪੀਰੋ ਤਾਂ ਤੁਸੀਂ ਜਦੋਂ ਪੜ੍ਹੋਗੇ, ਪੀਰੋ ਦੀ ਭਾਸ਼ਾ ਤਾਂ ਬੁੱਲੇ ਨਾਲੋਂ ਵੀ ਵੱਧ ਅੱਖਰ ਆ। ਬੁੱਲਾ ਤਾਂ ਇੰਨਾ ਹੀ ਕਹਿੰਦਾ ਨਾ ਵੀ ਇੱਟ ਖੜਕਾ ਦੁੱਕੜ ਵਜੇ ਤੇ ਬਲਦਾ ਹੋਵੇ ਚੁੱਲ੍ਹਾ। ਬੁੱਲਾ ਤਾਂ ਇੱਟ ਖੜਕਾ ਦੀ ਗੱਲ ਕਰਦਾ ਨਾ। ਪੀਰੋ ਤਾਂ ਸਿੱਧਾ ਸਵਾਲ ਕਰਦੀ ਹੈ ਮਰਦਾਂ ਨੂੰ ਕਿ ਤੁਮ ਹਮਰੇ ਕਿਆ ਲਾਗ ਸੋ। ਅੱਗੇ ਗਾਲ ਕੱਢਦੀ ਹੈ ਭੈਣ ਦੀ ਉਹ। ਔਰ ਉਹਦੀ ਪੋਇਟਰੀ 'ਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਗੁਰਭਗਤ ਇਹ ਕਹਿੰਦਾ ਵੀ ਇਹ 4 ਵਰਡਸ ਨੇ, ਇਹ ਵਰਤੇ ਨਹੀਂ ਜਾ ਸਕਦੇ। ਤੁਸੀਂ ਔਲਖ ਸਾਹਿਬ ਦੀ ਗੱਲ ਚੇਤੇ ਆਉਂਦੀ ਆ ਕਿ ਅੱਕਿਆ ਬੰਦਾ ਵਿਸ਼ਨ ਪਦੇ ਨਹੀਂ ਪੜ੍ਹਦਾ ਹੁੰਦਾ, ਅੱਕਿਆ ਬੰਦਾ ਗਾਲ ਹੀ ਕੱਢਦਾ ਹੁੰਦਾ। ਸੋ ਪੀਰੋ ਦੀ ਜਿਹੜੀ ਸੀਗੀ, ਜਿਹਦਾ ਬੰਦਾ ਇੰਨਾ ਵਿਦਰੋਹੀ ਹੋਵੇ, ਇੰਨਾ ਦਵੰਗ ਹੋਵੇ ਅਤੇ ਜਿਹਨੇ ਆਪਣੇ ਵੇਲੇ ਦੀ ਹਰ ਸੰਸਥਾ ਨੂੰ ਠੁੱਠ ਦਿਖਾਇਆ ਹੋਵੇ, ਉਸ ਬੰਦੇ ਨੂੰ ਕਾਫਰ ਕਿਹਾ ਹੀ ਜਾਣਾ ਸੀ। ਦੁੱਖ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਵੱਡੇ ਸਿੱਖ ਚਿੰਤਕ ਸੀ, ਗਿਆਨੀ ਗਿਆਨ ਸਿੰਘ, ਮਹੰਤ ਗਣੇਸ਼ਾ ਦਾਸ, ਈਵਨ ਜਿਹਨਾਂ ਨੂੰ ਮੈਂ ਬਹੁਤ ਲਿਬਰਲ ਉਦਾਰਵਾਦੀ ਮੰਨਦਾ, ਸ਼ਮਸ਼ੇਰ ਸਿੰਘ ਅਸ਼ੋਕ, ਇਹਨਾਂ ਨੇ ਵੀ ਪੀਰੋ ਲਈ ਕੰਜਰੀ ਸ਼ਬਦ, ਬੇਸਵਾ ਸ਼ਬਦ, ਰੰਡੀ ਸ਼ਬਦ ਵਰਤਿਆ। ਇੱਦੋਂ ਵੀ ਅੱਗੇ ਜਾਓ, ਮੈਨੂੰ ਯਾਦ ਆ ਕਿ ਮੈਂ 6 ਮਹੀਨੇ ਸਾਲ ਪਹਿਲਾਂ ਇੱਥੇ ਬੋਲਣ ਆਇਆ ਸੀ। ਮੇਰੇ ਤੋਂ ਗੁੱਸੇ 'ਚ ਇੱਕ ਗੱਲ ਕਹਿ ਹੋ ਗਈ ਜਿਹੜੀ ਮੈਂ ਰੌਣਕੀ ਰਾਮ ਨੂੰ ਕਹੀ ਸੀ ਕਿ ਸਾਡੇ ਮੁੰਡਿਆਂ ਨੂੰ ਪੁਲਿਸ ਕੁੱਟਦੀ ਸੀ ਅਤੇ ਮੈਂ ਰੌਣਕੀ ਰਾਮ ਨੂੰ ਕਿਹਾ ਵੀ ਤੁਸੀਂ ਖੁਸਰੇ ਬਣ ਗਏ। ਅਤੇ ਇੱਕ ਮੁੰਡੇ ਨੇ ਮੈਨੂੰ ਟੋਕਿਆ। ਮੈਂ ਬਹੁਤ ਆਭਾਰੀ ਹਾਂ ਉਸ ਮੁੰਡੇ ਦਾ। ਮੈਂ ਜਾ ਕੇ ਸਾਰੀ ਰਾਤ ਉਹਦੇ ਸੋਚਦਾ ਰਿਹਾ ਵੀ ਹਜੇ ਮੇਰੇ ਅੰਦਰ ਮਾੜੀ ਮੋਟੀ ਮੈਲ ਪਈ ਆ, ਅਜੇ ਜੈਂਡਰ ਗਿਆ ਨਹੀਂ ਅੰਦਰੋਂ, ਵੀ ਮੈਂ ਅਜੇ ਵੀ 3rd ਜੈਂਡਰ ਨੂੰ ਅਸੀਂ ਬੰਦਾ ਨਹੀਂ ਸਮਝਦੇ। ਸੋ ਉਹਦੇ ਮੈਂ ਬੜਾ ਪਰੇਸ਼ਾਨ ਹੋ ਕੇ ਗਿਆ ਸੀ, ਪਰ ਮੈਂ ਖੁਸ਼ ਹੋ ਕੇ ਗਿਆ ਸੀ ਇੱਥੋਂ। ਸਾਡੇ ਅੰਦਰ ਇਹ ਰਹਿੰਦ ਖੂੰਹਦ ਰਹਿੰਦੀ ਆ। ਇਹ ਰਹਿੰਦ ਖੂੰਹਦ ਇਸ ਕਰਕੇ ਮੈਂ ਕਹਿ ਰਿਹਾ ਕਿ ਸਾਡੀਆਂ 3 ਬੀਬੀਆਂ ਨੇ ਜਿਨ੍ਹਾਂ ਨੇ ਪੀਰੋ 'ਤੇ ਕੰਮ ਕੀਤਾ, ਜਿਨ੍ਹਾਂ 'ਚ ਤੁਹਾਡੇ ਦਪਿੰਦਰਜੀਤ ਆ, ਇੱਥੋਂ ਬਲਜੀਤ ਰੰਧਾਵਾ ਆ ਅਤੇ ਅੰਸ਼ੂ ਬਲੋਤਰਾ ਆ। ਔਰ ਤਿੰਨੇ ਇਹ ਸਾਡੀਆਂ ਉਹ ਬੀਬੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਮਿਨਿਸਟ ਥਿੰਕਿੰਗ ਵਾਲੀਆਂ ਨੇ। ਪਰ ਤਿੰਨਾਂ ਨੇ ਹੀ ਪੀਰੋ ਨੂੰ ਬੇਸਵਾ ਹੀ ਲਿਖਿਆ। ਲੋ ਕਾਸਟ ਮੁਸਲਿਮ ਜਿਹੜੀ ਹੈਗੀ ਆ, ਪ੍ਰੋਸਟੀਚਿਊਟ ਲਿਖਿਆ ਕਿ ਨਹੀਂ ਤੁਹਾਨੂੰ, ਔਰ ਉਹ ਕੰਜਰੀ ਵੀ ਲਿਖਦੀਆਂ ਸ਼ਬਦ। ਬਸ ਸਾਡੇ ਬਹੁਤ ਸਾਰੇ ਸਕਾਲਰਾਂ ਨੇ ਤਾਂ ਪੀਰੋ ਲਈ ਇਸ ਕਿਸਮ ਦੇ ਸ਼ਬਦ ਵਰਤੇ ਨੇ। 4 ਸ਼ਬਦ ਪੀਰੋ ਲਈ ਵਰਤੇ ਗਏ। ਕੰਜਰੀ ਵਰਤਿਆ ਗਿਆ, ਰੰਡੀ ਵਰਤਿਆ ਗਿਆ, ਬੇਸਵਾ ਵਰਤਿਆ ਗਿਆ, ਇੱਕ ਤਾਂ ਸ਼ਬਦ ਹੋਰ ਵੀ ਇਸ ਤਰ੍ਹਾਂ ਦੇ। ਪਰ ਮੈਂ ਹੈਰਾਨ ਹਾਂ ਕਿ ਦੂਜੇ ਪਾਸੇ ਲੋਕ ਮਾਨਸ ਨੇ ਪੀਰੋ ਨੂੰ ਮਾਤਾ ਕਿਵੇਂ ਬਣਾ ਲਿਆ। ਉਹ ਮਾਤਾ ਪੀਰੋ ਬਣ ਗਈ, ਪੀਰੋ ਪ੍ਰੇਮਣ ਬਣ ਗਈ, ਜਾਂ ਉਹ ਬੀਬੀ ਪੀਰੋ ਹੋ ਗਈ। ਦਵਿੰਦਰ ਸਿੰਘ ਜਿਹਨੇ ਪਹਿਲਾ ਲੇਖ ਲਿਖਿਆ ਪੀਰੋ 'ਤੇ ਚੱਜ ਦਾ, ਦਵਿੰਦਰ ਸਿੰਘ ਵਿਦਿਆਰਥੀ, ਹਾਲਾਂਕਿ ਗਲਤੀਆਂ ਨਾਲ ਭਰਿਆ ਲੇਖ ਆ ਉਹ, ਪਰ ਮੈਂ ਸਮਝਦਾ ਵੀ ਜੇ ਦਵਿੰਦਰ ਸਿੰਘ ਨਾ ਹੁੰਦੇ ਤਾਂ ਸਾਡੇ ਕੋਲ ਬਹੁਤ ਕੁਝ ਨਹੀਂ ਸੀ ਹੋਣਾ। ਤਾਂ ਡਾਕਟਰ ਦਵਿੰਦਰ ਸਿੰਘ ਵਿਦਿਆਰਥੀ ਵੀ ਕਹਿ ਰਹੇ ਨੇ, ਬੀਬੀ ਪੀਰੋ ਕਹਿ ਰਹੇ ਨੇ। ਹੁਣ ਬਹੁਤ ਸਾਰੇ ਸਵਾਲ ਹੈ ਕਿ ਕੀ ਪੀਰੋ ਨੂੰ ਪੰਜਾਬੀ ਦੀ ਪਹਿਲੀ ਕਵਿੱਤਰੀ ਮੰਨ ਲਈਏ। ਇਹ ਭੁਲੇਖਾ ਸਾਡੇ ਬਹੁਤ ਸਾਰੇ ਲੋਕਾਂ ਨੇ ਖਾਧਾ। ਡਾਕਟਰ ਦਵਿੰਦਰ ਸਿੰਘ ਵਿਦਿਆਰਥੀ ਪੀਰੋ ਨੂੰ ਪੰਜਾਬੀ ਦੀ ਪਹਿਲੀ ਕਵਿੱਤਰੀ ਕਹਿ ਰਹੇ ਆ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸ਼ਹਿਰਯਾਰ ਨੇ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ। ਉਹ ਕਹਿੰਦੇ ਵੀ ਪੰਜਾਬੀ 'ਚ ਪਹਿਲੀ ਸਵੈ ਜੀਵਨੀਕਾਰ ਪੀਰੋ ਆ, ਕਿਉਂਕਿ ਪੀਰੋ ਦੀ 160 ਕਾਫੀਆਂ ਮਿਲਦੀਆਂ ਨੇ ਜਿਹੜੀ ਉਹਦੀ ਪੂਰੀ ਦੀ ਪੂਰੀ ਉਹਦੀ ਸਵੈ ਜੀਵਨੀ ਆ ਪੋਇਟਰੀ ਦੇ ਵਿੱਚ। ਪਰ ਪੀਰੋ ਨੂੰ ਪਹਿਲੀ ਪੰਜਾਬੀ ਦੀ ਕਵਿੱਤਰੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮੈਂ ਇੱਕ ਲੇਖ ਲਿਖਿਆ ਸੀ, ਤੁਸੀਂ ਪੜ੍ਹ ਲਿਓ, ਮੇਰੀ ਕਿਤਾਬ 'ਚ ਛਪਿਆ ਹੋ, ਕਿ ਅੰਮ੍ਰਿਤਾ ਤੋਂ ਪਹਿਲਾਂ ਸਾਡੇ ਕੋਲ ਨਾਰੀ ਕਾਵਿ ਕਿਸ ਕਿਸਮ ਦਾ ਸੀ। ਸਾਡੇ ਕੋਲ ਪੀਰੋ ਤੋਂ ਲਗਭਗ 1 ਸਦੀ ਪਹਿਲਾਂ ਦੇ ਕਵਿੱਤਰੀਆਂ ਹੈਗੀਆਂ ਨੇ। ਜੇ ਮੰਨ ਲਈਏ ਅਸੀਂ ਦਿਆਬਾਈ ਨੂੰ ਅਤੇ ਸਹਿਜੋਬਾਈ ਨੂੰ, ਕਿਉਂਕਿ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਦਿਆਬਾਈ ਨੂੰ, ਸਹਿਜੋਬਾਈ ਨੂੰ ਉਸ ਵੇਲੇ ਦੀ ਉਹਨਾਂ ਦੀ ਭਾਸ਼ਾ ਨੂੰ ਉਸ ਵੇਲੇ ਦੀ ਪੰਜਾਬੀ ਕਿਹਾ, ਕਿਉਂਕਿ ਉਹ ਦਿੱਲੀ ਦੀਆਂ ਰਹਿਣ ਵਾਲੀਆਂ ਸੀ ਅਤੇ ਪਿਛੋਕੜ ਉਹਨਾਂ ਦਾ ਰਾਜਸਥਾਨ ਦਾ ਸੀ। ਪਰ ਉਹ ਦੋਨੇ ਭੈਣਾਂ ਦੀ ਬਹੁਤ ਸਾਰੀ ਕਵਿਤਾ ਦਾ ਮੁਹਾਵਰਾ ਬਿਲਕੁਲ ਪੰਜਾਬੀ, ਅੱਜ ਦੀ ਪੰਜਾਬੀ ਵਰਗਾ ਮੁਹਾਵਰਾ ਆ। ਇਸ ਕਰਕੇ
ਉਹ ਦੋਨੇ ਤਾਂ ਇੱਕ 1712 'ਚ ਜੰਮਦੀ ਹੈ, ਇੱਕ 1720 'ਚ ਜੰਮਦੀ ਆ। ਉਹ ਤਾਂ ਪੀਰੋ ਤੋਂ ਬਹੁਤ ਵੱਡੀਆਂ ਸੀ, ਇੱਕ ਸਦੀ ਵੱਡੀਆਂ ਸੀ। ਇਸ ਤਰ੍ਹਾਂ ਸਾਡੇ ਕੋਲੇ ਕੁਝ ਫਾਰਸੀ ਸਰੋਤਾਂ ਤੋਂ ਮਿਲ ਜਾਂਦੀ ਆ। ਸਾਹਿਬ ਦੇਵੀ ਅਰੋੜੀ ਦਾ ਜ਼ਿਕਰ ਕੀਤਾ ਫਾਰਸੀ ਦੀ ਕਿਤਾਬ ਦੇ ਵਿੱਚ, ਚਹਾਰਬਾਗ ਪੰਜਾਬ ਦੇ ਵਿੱਚ। ਚਹਾਰਬਾਗ ਪੰਜਾਬ ਜਿਹੜੀ ਆ ਉਹ 1851 'ਚ ਛਪ ਗਈ ਸੀ, ਔਰ ਅੰਗਰੇਜ਼ਾਂ ਨੂੰ ਪੰਜਾਬੀ ਸੱਭਿਆਚਾਰ ਸਮਝਾਉਣ ਵਾਸਤੇ ਉਹ ਕਿਤਾਬ ਲਿਖੀ ਗਈ ਸੀ। ਚਹਾਰਬਾਗ ਫਾਰਸੀ ਦੀ ਕਿਤਾਬ ਆ, ਗਣੇਸ਼ ਦਾਸ ਵਡੇਰਾ ਦੀ। ਉਹਦੇ 'ਚੋਂ ਚੱਲਦੇ ਚੱਲਦੇ ਇੱਕ ਪਹਿਰੇ 'ਚ ਜ਼ਿਕਰ ਕਰਦੇ ਆ ਸਾਹਿਬ ਦੇਵੀ ਅਰੋੜੀ ਦਾ, ਕਿ ਸਾਹਿਬ ਦੇਵੀ ਅਰੋੜੀ ਗੁਜਰਾਤ ਦੇ ਰਹਿਣ ਵਾਲੀ ਸੀ, ਰਦੀਫਾਂ ਲਿਖਦੀ ਸੀ, ਖੜੀ ਖੜੀ ਰਦੀਫਾਂ ਜੋੜਦੀ ਸੀ, ਪਰ ਕੋਰੀ ਅਨਪੜ੍ਹ ਔਰਤ ਸੀ। ਹੋਰ ਕੋਈ ਉਹਦਾ ਹਵਾਲਾ ਨਹੀਂ ਮਿਲਦਾ, ਨਾ ਸਾਹਿਬ ਦੇਵੀ ਅਰੋੜੀ ਦੀ ਕੋਈ ਸਾਨੂੰ ਕਪਲੇਟ ਮਿਲਦਾ ਆ। ਪਰ ਉਹ ਕਿਤਾਬ ਮੈਂ ਸਮਝਦਾ ਵੀ ਉਹ ਬੜੀ ਪ੍ਰਮਾਣਿਕ ਕਿਤਾਬ ਆ ਉਹ, ਕਿਉਂਕਿ ਗਣੇਸ਼ ਦੇਵੀ ਜਿਹੜਾ ਸੀਗਾ ਉਹ ਬੰਦਾ ਆਪਣੇ ਉਸ ਸਮੇਂ ਦੇ ਜਿਹੜੇ ਤੱਥਾਂ ਨਾਲ ਗੱਲਾਂ ਕਰ ਰਿਹਾ ਨੇ। ਇਸ ਕਰਕੇ ਮੈਂ ਕਹਿ ਰਿਹਾ ਕਿ ਜੇ 1851 ਕਿਤਾਬ ਛਪੀ ਆ ਅਤੇ ਸਾਹਿਬ ਦੇਵੀ ਅਰੋੜੀ ਉਹ 1851 ਤੋਂ ਪਹਿਲਾਂ ਇੰਨੀ ਕੁ ਪਾਪੂਲਰ ਸੀ ਨਾ, ਅਤੇ ਜਿਹੜਾ ਪੀਰੋ ਦਾ ਸਮਾਂ ਆ ਉਹ 1872 ਤੱਕ ਦਾ ਆ। ਅਤੇ ਇਹਦਾ ਮਤਲਬ ਜਿਹੜੀ ਪੀਰੋ ਨਾਲ ਉਹ ਵੱਡੀ ਹੋਏਗੀ ਉਮਰ 'ਚੋਂ। ਪੀਰੋ ਦੀ ਉਮਰ ਮੈਂ ਅੰਦਾਜ਼ੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਸਾਡੇ ਬਹੁਤ ਸਾਰੇ ਲੋਕ, ਕੁਝ ਲੋਕਾਂ ਨੇ ਤਾਂ ਪੀਰੋ ਨੂੰ ਅਤੇ ਗੁਲਾਬਦਾਸ ਨੂੰ 150-150 ਸਾਲ ਜੀਣ ਵਾਲੇ ਲੋਕ ਬਣਾ ਦਿੱਤਾ। ਅਮਰਤਾ ਦੇ ਸਿਰਫ ਉਹਦੀ ਉਮਰ 40 ਸਾਲ ਕਹੀ ਆ। ਪਰ ਪੀਰੋ ਦੀ ਆਪਦੀ ਕਵਿਤਾ ਦੇ ਵਿੱਚ ਇੱਕ ਹਵਾਲਾ ਮਿਲ ਜਾਂਦਾ ਆ, ਜਦੋਂ ਪੀਰੋ ਨੂੰ ਬੰਦੀ ਬਣਾ ਲਿਆ ਜਾਂਦਾ, ਵਜ਼ੀਰਾਬਾਦ ਲੈ ਕੇ ਚੱਲ ਜਾਂਦੇ ਆ। ਉੱਥੇ ਪੀਰੋ ਦੀਆਂ ਦੋ ਸਹੇਲੀਆਂ ਮਿਲਦੀਆਂ ਆ ਕੇ ਉਹਨਾਂ ਨੂੰ, ਜਿਹੜੀਆਂ ਪੀਰੋ ਨੂੰ ਇਹ ਦੱਸਦੀਆਂ ਆ ਕਿ ਤੈਨੂੰ ਲੈਣ ਵਾਸਤੇ ਗੁਲਾਬਦਾਸ ਦੇ 2 ਸਿੱਖ ਇਸ ਸ਼ਹਿਰ 'ਚ ਪਹੁੰਚ ਚੁੱਕੇ ਆ, ਤੈਨੂੰ ਭਜਾ ਕੇ ਲਿਜਾਣਗੇ, ਬੀਬੀ ਹੁਣ ਤੂੰ ਤਿਆਰ ਰਹੀ। ਉਹਨਾਂ ਨੂੰ ਕਹਿ ਰਹੀ ਆ ਪੀਰੋ ਆਪਣੇ ਇੱਕ ਕਪਲਟਾ ਪੀਰੋ ਦਾ, ਜਿਹਦੇ 'ਚੋਂ ਉਹਨਾਂ ਬੀਬੀਆਂ ਨੂੰ ਕਹਿੰਦੀ ਆ ਕਿ ਇਹਨਾਂ ਸਿੱਖਾਂ ਨੂੰ ਕਿਉਂ ਆਗਿਆ ਜਾਨੋ ਰਹਿਮਤੀ ਲੈ ਬਾਗੇ ਆਈਆਂ, ਕਹਿਆ ਮਾਈ ਸਾਹਿਬ ਨੇ ਸਭ ਤੇਰੇ ਸੁਣਈਆਂ, ਇੱਥੇ ਰਾਜ ਫਰੰਗੀਆਂ ਮਤ ਰੌਲਾ ਪਾਵੋ, ਬੇੜਾ ਹੱਥ ਨਾ ਆਪਸੀ ਮਤ ਪਛੋਤਾਵੋ। ਹੁਣ ਇੱਥੇ ਫਰੰਗੀਆਂ ਤੋਂ ਭਾਵ ਕੀ ਆ? ਅਸਲ 'ਚ ਕਈ ਵਾਰੀ ਸਾਡੇ ਬੰਦੇ ਗਲਤੀਆਂ ਵੀ ਕਰ ਲੈਂਦੇ ਆ। ਪ੍ਰੋਫੈਸਰ ਗੁਰਦੇਵ ਸਿੰਘ ਬਹੁਤ ਵੱਡਾ ਨਾਂ ਸੀ, ਬਹੁਤ ਵੱਡੇ ਸਕਾਲਰ ਸੀ। ਪ੍ਰੋਫੈਸਰ ਗੁਰਦੇਵ ਸਿੰਘ ਨੂੰ ਇਹ ਟੱਪਣਾ ਲੱਗ ਗਿਆ ਕਿ ਪੀਰੋ ਜਿਹੜੀ ਪੂਰਬ ਦੇ ਰਹਿਣ ਵਾਲੀ ਆ, ਕਿਉਂਕਿ ਪੀਰੋ ਦੀ ਇੱਕ ਕਪਲਟ ਆ ਕਿ ਪੀਰੋ ਬੋਲੀ ਪੂਰਬੀ ਸਮਝੇ ਨਾ ਕੋਈ। ਅਸਲ 'ਚ ਪੀਰੋ ਆਪਣੀ ਭਾਸ਼ਾ ਨੂੰ ਪੂਰਬੀ ਭਾਸ਼ਾ ਕਹਿ ਰਹੀ ਆ। ਕਿਉਂ ਕਹਿ ਰਹੀ ਆ? ਕਿਉਂਕਿ ਪੀਰੋ ਉਸੇ ਕਿਸਮ ਦੀ ਬ੍ਰਜਮਿਲੀ ਪੰਜਾਬੀ ਲਿਖ ਰਹੀ ਸੀ ਜਿਸ ਕਿਸਮ ਦੀ ਬ੍ਰਜਮਿਲੀ ਪੰਜਾਬੀ, ਜਿਸ ਕਿਸਮ ਦੀ ਬ੍ਰਜਮਿਲੀ ਹਿੰਦੀ ਜਿਹੜੀ ਸੀਗੀ, ਸਾਰਾ ਸਾਹਿਤ, ਸੰਤ ਸਾਹਿਤ, ਸਾਧ ਸਾਹਿਤ ਵਰਤਦਾ ਸੀ। ਇਸ ਕਰਕੇ ਜਿਹੜਾ ਇਹ ਟਪਲਾ ਲੱਗਿਆ ਡਾਕਟਰ ਗੁਰਦੇਵ ਸਿੰਘ ਉਹਨਾਂ ਨੂੰ ਕਿ ਪੀਰੋ ਪੂਰਬ ਦੇ ਰਹਿਣ ਵਾਲੀ ਸੀ, ਅਤੇ ਉਹ ਆਪਣੇ ਆਪ ਨੂੰ ਕਬੀਰ ਦੇ ਨੇੜ ਦੀ ਕਹਿੰਦੀ, ਉਹ ਅਸਲ 'ਚ ਉਹ ਸਾਧ ਭਾਸ਼ਾ ਨੂੰ ਕਹਿ ਰਹੀ ਆ, ਪੂਰਬੀ ਬੋਲੀ। ਖੈਰ, ਇੱਥੇ ਜਿਹੜਾ ਹਵਾਲਾ ਆਇਆ ਨਾ ਕਿ ਇੱਥੇ ਰਾਜ ਫਰੰਗੀਆਂ, ਉਹ ਹਵਾਲਾ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਜਰਨੈਲ ਦਾ ਆ, ਜਿਹੜਾ ਇਤਾਲਵੀ ਮੂਲ ਦਾ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦਾ, ਜਿਹਦੇ ਅਧੀਨ ਸੀ ਵਜ਼ੀਰਾਬਾਦ, ਅਤੇ ਜਿਹਨੇ ਵਜ਼ੀਰਾਬਾਦ ਨੂੰ ਪੱਛਮੀ ਸ਼ਹਿਰਾਂ ਦੀ ਤਰਜ਼ 'ਤੇ ਵਜ਼ੀਰਾਬਾਦ ਦੀ ਦੁਬਾਰੇ ਉਹਨਾਂ ਨੇ ਸਾਰੇ ਦੀ ਰੀਕਨਸਟਰਕਸ਼ਨ ਕੀਤੀ ਸੀ, ਉਹਨੂੰ ਦੁਬਾਰੇ ਉਸਾਰਿਆ ਸੀ। ਤਾਂ ਇੱਥੇ ਹਵਾਲਾ ਸਿਰਫ ਉਹਦੇ ਵਾਲਾ ਫਰੰਗੀਆਂ ਵਾਲਾ ਹਵਾਲਾ ਨਹੀਂ ਹੈ ਕਿ ਉਹ ਮੈਂ ਇਸ ਕਰਕੇ ਹਵਾਲਾ ਮੈਨੂੰ ਬਹੁਤ ਇੰਪੋਰਟੈਂਟ ਲੱਗਦਾ ਆ ਕਿ 1830 'ਚ ਜਿਹੜਾ ਜਰਨੈਲ ਪੌਲਾ ਐਵੀਟੇਬਲ ਸੀ, ਉਹ 1830 'ਚ ਉੱਥੇ ਡਿਪਿਊਟ ਹੋਇਆ ਸੀ। ਉਹਨੇ ਜਾ ਕੇ ਉਸ ਸ਼ਹਿਰ ਨੂੰ ਮੁੜ ਕੇ, ਉਹਦੇ ਸ਼ਹਿਰ ਦੀ ਮੁੜ ਕੇ ਜਿਹੜੀ ਸੀਗੀ ਨਾ, ਉਹਨੂੰ ਉਸਾਰਿਆ ਸੀ, ਉਸ ਸ਼ਹਿਰ ਨੂੰ, ਵਜ਼ੀਰਾਬਾਦ ਨੂੰ। ਸੋ ਇਹ ਉਸ ਜੇ ਮੰਨ ਲਈਏ ਵੀ 1830 'ਚ ਪੀਰੋ ਜਵਾਨ ਸੀ, ਪੀਰੋ ਭੱਜ ਚੁੱਕੀ ਸੀ ਘਰ 'ਚੋਂ, ਕਈ ਕੁਝ ਵਾਪਰ ਚੁੱਕਿਆ ਸੀ ਪੀਰੋ ਨਾਲ। ਜੇ ਮੰਨ ਵੀ ਲਗੇ ਕਿ 1830 ਦੇ ਵਿੱਚ ਪੀਰੋ ਉੱਥੇ ਬੰਦੀ ਬਣੀ ਵੀ ਸੀ, ਤਾਂ ਫਿਰ ਇਸ ਹਿਸਾਬ ਨਾਲ ਪੀਰੋ ਦਾ ਜਨਮ 1810 ਤੋਂ ਪਹਿਲਾਂ ਦਾ ਹੋ ਸਕਦਾ, 1810 ਤੋਂ ਪਿੱਛੋਂ ਦਾ ਨਹੀਂ। ਇਸ ਕਰਕੇ ਬੀਬੀ ਅਮਰਤਾ ਦਾ ਇਹ ਕਹਿਣਾ ਕਿ 40 ਸਾਲ ਦੀ ਉਮਰ 'ਚ ਮੌਤ ਨਿਸ਼ਚਿਤ ਆ ਕਿ 1872 'ਚ ਹੋਈ ਆ, ਕਿਉਂਕਿ ਮੌਤ ਦੇ ਬਹੁਤ ਸਾਰੇ ਹਵਾਲੇ ਨੇ। 1872 'ਚ ਪੀਰੋ ਦੀ ਮੌਤ ਹੁੰਦੀ ਆ, 1873 'ਚ ਸੰਤ ਗੁਲਾਬਦਾਸ ਦੀ ਮੌਤ ਹੁੰਦੀ ਆ, ਅਤੇ ਉਹ ਕਹਿੰਦਾ ਕਿ ਮੈਨੂੰ ਉੱਥੇ ਦਫਨਾ ਦਿਓ ਜਿੱਥੇ ਪੀਰੋ ਨੂੰ ਦਫਨਾਇਆ ਸੀ। ਇਹਦੇ ਹਵਾਲੇ ਸਾਡੇ ਕੋਲ ਮਿਲ ਜਾਂਦੇ ਨੇ। ਖੈਰ, ਦੂਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਕਿ ਪੀਰੋ ਸੀ ਕੌਣ, ਪੀਰੋ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕਿਸ ਤਰ੍ਹਾਂ ਦੀ ਕੁੜੀ ਸੀ, ਕੀ ਸੀ, ਇਹਦੇ ਬਾਰੇ ਸਾਡੇ ਆਲੋਚਕ ਬਿਲਕੁਲ ਇੱਕਮਤ ਨਹੀਂ। ਬਹੁਤ ਸਾਰੀਆਂ ਰਾਵਾਂ ਨੇ, ਪਰ ਬਹੁਤ ਸਾਰਾ ਜਿਸ ਬੰਦੇ ਨੇ ਸਭ ਤੋਂ ਬੁਨਿਆਦੀ ਕੰਮ ਕੀਤਾ, ਉਹਨੇ ਸਭ ਤੋਂ ਵੱਧ ਕੰਮ ਵੀ ਖਰਾਬ ਕੀਤਾ। ਨਾਲ ਵੀ ਆ ਕਈ ਵਾਰੀ ਇਹ ਹੁੰਦਾ ਕਿ ਜਿਹੜਾ ਬੰਦਾ ਤੁਹਾਨੂੰ ਬਹੁਤ ਸਾਰੀਆਂ ਸੂਚਨਾਵਾਂ ਦੇ ਦਿੰਦਾ, ਬਹੁਤ ਸਾਰੀਆਂ ਗਲਤ ਸੂਚਨਾਵਾਂ ਵੀ ਦੇ ਦਿੰਦਾ। ਪੀਰੋ ਬਾਰੇ ਬਹੁਤ ਸਾਰੀਆਂ ਗਲਤ ਸੂਚਨਾਵਾਂ ਇਸ ਕਰਕੇ ਹੋਈਆਂ ਕਿ ਇੱਕ ਤਾਂ ਪੀਰੋ ਬਾਰੇ ਬਹੁਤ ਸਾਰੀਆਂ ਮਿੱਥਾਂ ਬਣਾ ਲਈਆਂ ਸੀ, ਦੂਜਾ
ਜਿਹੜੇ ਬਹੁਤ ਸ਼ਰਧਾਵਾਨ ਗੁਲਾਬਦਾਸ ਗਏ ਸੀ ਉਹਨਾਂ ਨੇ ਪੀਰੋ ਬਾਰੇ ਬਹੁਤ ਮਿੱਥਾਂ ਬਣਾ ਲਈਆਂ। ਤੀਜਾ ਜਿਹੜੇ ਸਾਡੇ ਸਿੱਖ ਸਕਾਲਰ ਸੀ, ਮੇਰੇ ਮੂੰਹੋਂ ਸਿੱਖ ਨਿਕਲ ਗਿਆ, ਸਿੱਖ ਹੀ ਸੀ ਵੈਸੇ, ਉਹ ਸਿੱਖ ਨਹੀਂ ਸੀ। ਸਾਡੇ ਜਿਹੜੇ ਟਰਡੀਸ਼ਨਲ ਜਾਂ ਜਿਹਨੂੰ ਮੈਂ ਕਹਾਂਗੇ ਜਿਹੜੇ ਸਾਡੇ ਸਨਾਤਨੀ ਸਿੱਖ ਸਕਾਲਰ ਸੀ, ਸਨਾਤਨੀ ਸਿੱਖਾਂ ਲਈ ਗੁਲਾਬਦਾਸ ਬੜਾ ਭੈੜਾ ਬੰਦਾ ਸੀ। ਗੁਲਾਬਦਾਸ ਜਿਹੜਾ ਸੀ ਉਹ ਨਾਸਤਕ ਸੀ। ਪਹਿਲਾਂ ਨਿਰਮਲਿਆਂ 'ਚ ਗਿਆ, ਉਦਾਸੀਆਂ 'ਚ ਗਿਆ, ਇੱਕ ਬੁੱਲੇ ਸ਼ਾਹ ਦੇ ਡੇਰੇ ਦਾ ਖਾਕੀ ਸ਼ਾਹ ਫਕੀਰ ਸੀ, ਉਹਦੇ ਨਾਲ ਵੀ ਰਿਹਾ। ਫਿਰ ਉਹ ਬੰਦਾ ਦੱਖਣ ਤੱਕ ਘੁੰਮਿਆ, ਪੂਰਬ ਤੱਕ ਘੁੰਮਿਆ, ਕਈ ਕੁਛ ਕੀਤਾ ਉਹਨੇ। ਅਲਟੀਮੇਟ ਉਹ ਇੱਕ ਬੜਾ ਦਬੰਗ ਕਿਸਮ ਦਾ ਵਿਗੜਿਆ ਹੋਇਆ ਸਾਧ ਬਣਿਆ, ਜਿਹਦੇ ਡੇਰੇ 'ਤੇ ਸ਼ਰਾਬ ਅਲਾਊਡ ਸੀ, ਮਾਸ ਅਲਾਊਡ ਸੀ, ਬਾਲ ਕੱਟਣੇ ਅਲਾਊਡ ਸੀ। ਉਹਦੇ ਡੇਰੇ 'ਚ ਸ਼ਰਾਬੀ ਜਾਂਦੇ ਸੀ, ਜੁਹਾਰਗੇ ਜਾਂਦੇ ਸੀ, ਠੱਗ ਚੋਰ ਜਾਂਦੇ ਸੀ। ਬਹੁਤ ਸਾਰੀਆਂ ਬੇਸਵਾਵਾਂ ਪੀਰੋ ਤੋਂ ਬਾਅਦ ਉਹਦੇ ਡੇਰੇ 'ਚ ਸ਼ੁੱਕਰਵਾਰ ਨੂੰ ਜਾਂਦੀਆਂ ਸੀ ਅਤੇ ਉੱਥੇ ਕਵਾਲੀ ਗਾਉਂਦੀਆਂ ਸੀ। ਇਸ ਕਰਕੇ ਜਿਹੜੇ ਸਨਾਤਨੀ ਸਿੱਖ ਸੀ ਉਹ ਗੁਲਾਬਦਾਸ ਤੋਂ ਬਹੁਤ ਔਖੇ ਸੀ। ਮਹੰਤ ਗਣੇਸ਼ਾ ਸਿੰਘ ਦੀ ਕਿਤਾਬ ਆ ਭਾਰਤ ਮਤ ਦਰਪਣ, 1929 ਦੀ ਲਿਖੀ ਆ, ਉਹ ਛਪੀ ਆ 1929 ਦੀ ਲਿਖੀ, ਸ਼ਾਇਦ ਪਹਿਲਾਂ ਹੋਵੇ। ਭਾਰਤ ਮਤ ਦਰਪਣ ਦੇ ਵਿੱਚ ਉਹ ਗੁਲਾਬਦਾਸ ਦੀ ਬਹੁਤ ਭੰਡੀ ਕਰਦਾ, ਪਰ ਇੱਕ ਫੈਕਟ ਵੀ ਦਿੰਦਾ। ਉਹ ਫੈਕਟ ਇਹ ਸੀ ਕਿ ਗੁਲਾਬਦਾਸੀਆਂ ਤੋਂ ਸਨਾਤਨੀ ਸਿੱਖ ਭਾਈਚਾਰਾ ਇੰਨਾ ਔਖਾ ਸੀ ਕਿਉਂਕਿ ਉਹ ਕਿਸੇ ਕਿਸਮ ਦੀ ਬੰਦਿਸ਼ ਨੂੰ ਨਹੀਂ ਸੀ ਮੰਨਦੇ, ਕਿਸੇ ਕਿਸਮ ਦੀ ਉਹ ਪਾਬੰਦੀ ਨੂੰ ਨਹੀਂ ਸੀ ਮੰਨਦੇ, ਮਰਿਆਦਾ ਨੂੰ ਨਹੀਂ ਸੀ ਮੰਨਦੇ। ਉਹ ਕਹਿੰਦੇ ਸੀ, ਗੁਲਾਬਦਾਸ ਇਹ ਕਹਿੰਦਾ ਸੀ ਕਿ ਜੇ ਤੁਹਾਡਾ ਮਨ ਹੀ ਬ੍ਰਹਮ ਆ ਅਤੇ ਫਿਰ ਬ੍ਰਹਮ ਨੂੰ ਖੁਸ਼ ਕਰਨਾ ਤਾਂ ਮਨ ਜੋ ਕਹਿੰਦਾ ਉਹ ਕਰ ਲਓ। ਜੇ ਬਾਲ ਕਟਾਉਣ ਨੂੰ ਕਹਿੰਦਾ ਬਾਲ ਕਟਾ ਦਿਓ, ਸ਼ਰਾਬ ਪੀਣ ਨੂੰ, ਮਾਸ ਖਾਣ ਨੂੰ, ਜੋ ਕਰਨ ਨੂੰ ਕਹਿੰਦਾ ਕਰੋ। ਈਵਨ ਇੱਥੋਂ ਤੱਕ ਕਿ ਗੁਲਾਬਦਾਸ ਨੇ ਇੱਕ ਡੇਰੇ ਦਾ ਮੁਖੀ ਹੁੰਦੇ ਹੋਏ ਪੀਰੋ ਨੂੰ ਆਪਣੇ ਡੇਰੇ 'ਚ ਆਪਣੇ ਬਰਾਬਰ ਪੀਰੋ ਬਾਰੇ ਜਿਹੜੇ ਚਿੱਤਰ ਮਿਲਦੇ ਨੇ ਸਾਨੂੰ ਲੋਕ ਕਾਵਿ ਦੇ ਵਿੱਚ, ਸਾਡੇ ਕੰਧ ਚਿੱਤਰ ਮਿਲਦੇ ਨੇ, ਪੀਰੋ ਦਾ ਆਸਣ ਗੁਲਾਬਦਾਸ ਦੇ ਬਰਾਬਰ ਆ। ਔਰ ਗੁਲਾਬਦਾਸ ਵਾਂਗੂ ਪੀਰੋ ਨੇ ਵੀ ਜਿਹੜੀ ਹੈਗੀ ਆ ਨਾ ਉਹ ਕਲਗੀ ਲਾਈ ਹੋਈ ਆ। ਔਰ ਸਾਰੇ ਤੁਸੀਂ ਦੇਖੋ ਕਿ ਪੀਰੋ ਬਾਰ-ਬਾਰ ਜਦੋਂ ਗੁਲਾਬਦਾਸ ਦੀ ਗੱਲ ਕਰਦੀ ਆ ਤਾਂ ਉਹ ਕਹਿੰਦੀ ਆ ਵੀ ਉਹ ਸ਼ਸਤਰ ਸਜਾ ਕੇ, ਬਸਤਰ ਸਜਾ ਕੇ ਬੈਠਾ ਆ, ਸਿਰ 'ਤੇ ਕਲਗੀ ਲਾਈ ਆ, ਅਤੇ ਰਾਜਿਆਂ ਦੇ ਪੁੱਤਰ ਉਹਦੀ ਹਾਜ਼ਰੀ 'ਚ ਬੈਠੇ ਆ। ਉਹ ਉਹਦੇ ਦਰਬਾਰ 'ਚ, ਰਾਜਿਆਂ ਦੇ ਪੁੱਤਰ ਉਹਦੇ ਦਰਬਾਰ 'ਚ ਚੱਲ ਕੇ ਆਉਂਦੇ ਆ। ਬੜਾ ਮਤਲਬ ਉਹ ਸ਼ਾਹਾਂ ਦਾ ਠਾਠ ਵਾਲਾ ਬੰਦਾ ਸੀ। ਖੈਰ, ਮੈਂ ਤਾਂ ਦੱਸ ਰਿਹਾ ਕਿ ਮਹਾਰਾਜਾ ਪਟਿਆਲਾ ਦਾ ਇੱਕ ਨੋਟੀਫਿਕੇਸ਼ਨ ਕਿ ਗੁਲਾਬਦਾਸੀਆਂ ਨੂੰ ਪੰਜਾਬ 'ਚ ਪ੍ਰਚਾਰ ਨਹੀਂ ਕਰਨ ਦੇਣਾ। ਇੱਥੋਂ ਤੱਕ ਕਿ ਜਿਹੜੀ ਬਰਬਲ ਗੱਲ ਲਿਖੀ ਆ ਨੇ ਸ਼ਮਸ਼ੇਰ ਸਿੰਘ ਅਸ਼ੋਕ ਨੇ ਕਿ ਮਹਾਰਾਜਾ ਪਟਿਆਲਾ ਵੱਲੋਂ ਆਪਣੀ ਰਿਆਸਤ ਵਿੱਚ ਹੁਕਮ ਸੀ ਵੀ ਜਿੱਥੇ ਗੁਲਾਬਦਾਸੀ ਮਿਲਦੇ ਉਹਨੂੰ ਫੈਂਟਾ ਚਾੜੋ, ਕਿਉਂਕਿ ਇਹ ਸਿੱਖ ਟਰਡੀਸ਼ਨਸ ਨੂੰ, ਸਿੱਖ ਪਰੰਪਰਾਵਾਂ ਨੂੰ, ਸਿੱਖ ਮਰਿਆਦਾਵਾਂ ਨੂੰ ਨਹੀਂ ਮੰਨਦੇ। ਖੈਰ, ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਕਿ ਸੰਤ ਦਿੱਤਾ ਰਾਮ ਜਿਹੜਾ ਬਾਅਦ 'ਚ ਗਿਆਨੀ ਦਿੱਤ ਸਿੰਘ ਬਣਦਾ, ਜਿਹੜਾ ਸਿੰਘ ਸਭਾ ਦੇ ਪ੍ਰਚਾਰਕਾਂ 'ਚੋਂ ਬਣਦਾ, ਉਹ ਕਦੇ ਗੁਲਾਬਦਾਸ ਦਾ ਚੇਲਾ ਸੀ, ਗੁਲਾਬਦਾਸ ਦੇ ਡੇਰੇ 'ਤੇ ਰਹਿੰਦਾ ਸੀ। ਜਦੋਂ ਪੀਰੋ ਗੁਲਾਬਦਾਸ ਦੇ ਡੇਰੇ 'ਤੇ ਜਾਂਦੀ ਆ ਤਾਂ ਸਭ ਤੋਂ ਵੱਧ ਵਿਦਰੋਹ ਦਿੱਤਾ ਰਾਮ ਕਰਦਾ। ਮੈਂ ਉਸ ਪ੍ਰਸੰਗ 'ਚ ਬਾਅਦ 'ਚ ਆਉਣਾ। ਮੈਂ ਸਿਰਫ ਇੰਨਾ ਕੀ ਦੱਸਣਾ ਚਾਹੁੰਦਾ ਕਿ ਗਿਆਨੀ ਦਿੱਤ ਸਿੰਘ ਮੋਹਾਲੀ ਕੋਲੇ ਪਿੰਡ ਆ ਉਹਦਾ, ਆਪ ਦਲਿਤ ਪਰਿਵਾਰ ਵਿੱਚੋਂ ਸੀ, ਅੱਛਾ ਸਕਾਲਰ ਸੀ, ਵਿਦਾਂਤ ਪੜ੍ਹਿਆ ਸੀ। ਆਪ ਤਾਂ ਆਪਣੇ ਗੁਰੂ ਨੂੰ ਹੀ, ਜਿਹੜਾ ਬ੍ਰਾਹਮਣ ਸੀ, ਆਪ ਤਾਂ ਆਪਣੇ ਬ੍ਰਾਹਮਣ ਗੁਰੂ ਦੀ ਧੀ ਨਾਲ ਸ਼ਾਦੀ ਕਰਦਾ ਦਲਿਤ ਹੋ ਕੇ, ਅਤੇ ਪੀਰੋ ਦੇ ਦਲਿਤ ਹੋਣ 'ਤੇ ਪੀਰੋ ਦੇ ਔਰਤ ਹੋਣ 'ਤੇ ਬੜੀ ਭੈੜੀ ਟਿੱਪਣੀ ਕਰਦਾ। ਮੈਂ ਟਿੱਪਣੀ ਪੜ੍ਹ ਦਿੰਦਾ। ਉਹ ਕਹਿੰਦਾ ਵੀ ਰੰਡੀ ਅਤੇ ਸਾਧ ਦਾ ਸਦਾ ਸਦੀਵੀ ਬੈਰ, ਉਹਦਾ ਕਹਿੰਦਾ ਪੂਰੇ ਦਾ ਪੂਰਾ, ਰੰਡੀ ਔਰ ਫਕੀਰ ਦਾ ਸਦਾ ਅਨਾਦੀ ਬੈਰ, ਜਬ ਘਰ ਆਵੇ ਸਾਧ ਕੇ ਕਹਾਂ ਗੁਜ਼ਾਰੇ ਖੈਰ, ਕਹਾਂ ਗੁਜ਼ਾਰੇ ਖੈਰ, ਤੇਜ ਕੋ ਤੁਰਤ ਬਟਾਵੇ, ਕਹੂੰ ਨਾ ਹੋ ਸਤਕਾਰ, ਨਰਾਦਰ ਹਰ ਜਗ ਪਾਵੇ। ਔਰ ਗਿਆਨੀ ਦਿੱਤ ਸਿੰਘ ਛੱਡ ਕੇ ਡੇਰਾ ਚੱਠਿਆਂ ਵਾਲਾ ਆਪ ਲਾਹੌਰ ਚਲੇ ਜਾਂਦਾ। ਉਦੋਂ ਬਾਅਦ ਉਹ ਸਿੰਘ ਸਭਾ 'ਚ ਆਉਂਦਾ ਆ, ਸਿੱਖਾਂ ਦਾ ਬੁਲਾਰਾ ਬਣਦਾ ਆ। ਲਾਹੌਰ ਦੇ ਵਿੱਚ ਜਿਹੜੀ ਸਾਰੀ ਡਿਬੇਟ ਹੁੰਦੀ ਆ ਆਰਗਾ ਸਮਾਜੀਆਂ ਨਾਲ, ਦੇਵ ਸਮਾਜੀਆਂ ਨਾਲ, ਜਾਂ ਜਿਹੜੀ ਖਾਸ ਤੌਰ 'ਤੇ ਵਿਦਾਂਤਿਕਾਂ ਨਾਲ ਜਿਹੜੀ ਹੁੰਦੀ ਹੈ ਨਾ ਉਹਦੀ ਡਿਬੇਟ, ਉਹ ਸਾਰੇ ਦਾ ਕੇਂਦਰ ਬਣਦਾ। ਮੈਂ ਦੱਸਣਾ ਸਿਰਫ ਇੰਨਾ ਚਾਹੁੰਦਾ ਕਿ ਪੀਰੋ ਨਾਲ ਵਕਤ ਨੇ ਵੀ ਵਫਾ ਨਹੀਂ ਕੀਤਾ। ਜਿੱਥੋਂ ਤੱਕ ਜਿਸ ਗੱਲ 'ਤੇ ਸਹਿਮਤ ਹੋਇਆ ਜਾ ਸਕਦਾ, ਪ੍ਰੋਫੈਸਰ ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਟਿੱਪਣੀਆਂ ਦੇ ਨਾਲ ਸਹਿਮਤ ਹੋਇਆ ਜਾ ਸਕਦਾ। ਉਹ ਇਹ ਕਹਿ ਰਹੇ ਨੇ ਕਿ ਪੀਰੋ ਗੁੱਜਰਾਂਵਾਲੇ ਦੇ ਇੱਕ ਸਧਾਰਨ ਮੁਸਲਮਾਨ ਪਰਿਵਾਰ ਦੀ ਧੀ ਸੀ, ਕੋਈ ਬਹੁਤੇ ਵੈਲ ਆਫ ਪਰਿਵਾਰ ਨਹੀਂ ਸੀ। ਕੁਝ ਨੇ ਤਾਂ ਕਹਿੰਦੇ ਵੀ ਬੜੇ ਵੈਲ ਆਫ ਪਰਿਵਾਰ 'ਚੋਂ ਸੀ, ਇੱਕ ਸਧਾਰਨ ਮੁਸਲਿਮ ਫੈਮਿਲੀ 'ਚੋਂ ਸੀ। ਮਾਂ ਪਿਓ ਮਰ ਜਾਂਦੇ ਆ, ਯਤੀਮ ਹੋ ਜਾਂਦੀ ਆ, ਚਾਚਾ ਬਹੁਤੀ ਪਰਵਰਿਸ਼ ਨਹੀਂ ਕਰਦਾ,
ਇੱਕ ਧਾਰਨਾ ਤਾਂ ਇਹ ਚੱਲ ਰਹੀ ਆ। ਦੂਜੀ ਲੜੀ ਇਹ ਚੱਲਦੀ ਆ ਕਿ ਪੀਰੋ ਦਾ ਜਿਹੜਾ ਪੀਰੋ ਦੀ ਮਾਂ ਮਰ ਜਾਂਦੀ ਆ, ਪਿਓ ਪੀਰਾਂ ਫਕੀਰਾਂ ਦੇ ਵਿੱਚ ਖਚਤ ਹੋ ਜਾਂਦਾ, ਪੀਰਾਂ ਫਕੀਰਾਂ ਨੂੰ ਘਰ 'ਚ ਲਿਆਉਣ ਲੱਗ ਜਾਂਦਾ। ਇੱਕ ਜਿਹੜਾ ਪੀਰ ਸੀਗਾ ਉਹ ਛੋਟੀ ਉਮਰ ਦੀ ਪੀਰੋ ਨੂੰ ਭਜਾ ਕੇ ਲੈ ਜਾਂਦਾ। ਥੋੜ੍ਹੀ ਦੇਰ ਬਾਅਦ ਪੀਰ ਮਰ ਜਾਂਦਾ ਆ ਅਤੇ ਪਿਓ ਵੀ ਮਰ ਜਾਂਦਾ ਆ। ਚਾਚਾ ਪੀਰੋ ਨੂੰ ਇਸ ਕਰਕੇ ਘਰੇ ਦਰਵਾਜ਼ੇ ਬੰਦ ਕਰ ਲੈਂਦਾ ਆ ਕਿ ਇਹ ਪ੍ਰੋਸੀਕਿਊਸ਼ਨ ਦਾ ਕੰਮ ਕਰਦੀ ਰਹੀ ਆ ਲਾਹੌਰ 'ਚ, ਅਤੇ ਮੈਂ ਇਹਨੂੰ ਹੁਣ ਘਰ 'ਚ ਨਹੀਂ ਰੱਖਣਾ। ਇੱਕ ਧਾਰਨਾ ਇਹ ਚੱਲ ਰਹੀ ਆ ਕਿ ਪੀਰੋ ਜਿਹੜੀ ਸੀਗੀ ਉਹਦੇ ਕੋਲ ਹੋਰ ਕੋਈ ਟਿਕਾਣਾ ਨਹੀਂ ਸੀ, ਪ੍ਰੋਸਟੀਟਿਊਸ਼ਨ ਤੋਂ ਬਿਨਾਂ ਉਹਦੇ ਕੋਲ ਕੋਈ ਹੋਰ ਰਾਹ ਨਹੀਂ ਸੀ ਬਚਿਆ। ਦੂਜੀ ਵਿੱਚ ਇਹ ਵੀ ਇੱਕ ਮਿੱਥ ਵਿੱਚ ਤੁਰੀ ਫਿਰਦੀ ਆ ਕਿ ਪੀਰੋ ਨੂੰ, ਜਿਵੇਂ ਸਵਰਾਜ ਵੀਰ ਨੇ, ਉਹ ਤਾਂ ਕਲਪਤ ਗੱਲ ਆ, ਸਵਰਾਜ ਵੀਰ ਨੇ ਤਾਂ ਇਹ ਕਿਹਾ ਵੀ ਇੱਕ ਘੋੜ ਚੜ੍ਹਾ ਫੌਜੀ ਪੀਰੋ ਨੂੰ ਭਜਾ ਕੇ ਲੈ ਕੇ ਜਾਂਦਾ, ਕਿਤੇ ਸੰਕੇਤ ਨਹੀਂ ਆਉਂਦਾ। ਹਾਂ ਇੰਨਾ ਕੁ ਜ਼ਰੂਰ ਆਉਂਦਾ ਆ, ਇੱਕ ਜ਼ਿਕਰ ਕੀਤਾ ਹੈਗਾ ਸ਼ਮਸ਼ੇਰ ਸਿੰਘ ਅਸ਼ੋਕ ਨੇ ਅਤੇ ਮਹੰਤ ਗਣੇਸ਼ਾ ਸਿੰਘ ਨੇ ਕਿ ਪੀਰੋ ਦਾ ਇੱਕ ਪ੍ਰੇਮੀ ਸੀ। ਹੋ ਸਕਦਾ ਕਿ ਪੀਰੋ ਦੇ ਡੇਰੇ ਪੀਰੋ ਦੇ ਉਹ ਕੋਠੇ 'ਤੇ ਜਾਂਦਾ ਹੋਵੇ, ਜਿਹੜਾ ਰਣਜੀਤ ਸਿੰਘ ਦਾ ਜਰਨੈਲ ਸੀ, ਇਲਾਹੀ ਖਾਨ ਜਾਂ ਇਲਾਹੀ ਬਖਸ਼ ਤੋਪਚੀ ਸੀ ਜਿਹੜਾ। ਇਹ ਜ਼ਿਕਰ ਆਉਂਦਾ ਆ ਕਿ ਜਦੋਂ ਪੀਰੋ ਨੂੰ ਉਹ ਖੋਹ ਕੇ ਲੈ ਜਾਂਦਾ, ਕਿੱਥੋਂ ਖੋਹ ਕੇ ਲੈ ਜਾਂਦਾ ਇਹਦਾ ਕੋਈ ਸੰਕੇਤ ਨਹੀਂ। ਕੁਝ ਕਹਿੰਦੇ ਵੀ ਉਹ ਜਿਹੜਾ ਘੋੜ ਚੜ੍ਹਾ ਫੌਜੀ ਸੀ ਉਹ ਉਹਦਾ ਮੁਲਾਜ਼ਮ ਸੀ ਅਤੇ ਉਹਨੇ ਪੀਰੋ ਉਹਦੇ ਤੋਂ ਖੋਹ ਲਈ। ਮੈਨੂੰ ਇਹ ਲੱਗਦਾ ਕਿ ਪੀਰੋ ਜਦੋਂ ਕੋਠੇ 'ਤੇ ਬੈਠਦੀ ਆ ਉਦੋਂ ਉਹਦਾ ਸੰਪਰਕ ਬਣਦਾ ਆ। ਜਦੋਂ ਪੀਰੋ ਗੁਲਾਬਦਾਸ ਨੂੰ ਮਿਲਦੀ ਆ ਲਾਹੌਰ 'ਚ, ਸੁਣਦੀ ਆ ਗੁਲਾਬਦਾਸ ਨੂੰ, ਪਹਿਲਾਂ ਮਾੜਾ ਮੋਟਾ ਸੁਣਿਆ ਸੀ ਉਹਨੇ, ਪਰ ਜਦੋਂ ਗੁਲਾਬਦਾਸ ਨੂੰ ਮਿਲਦੀ ਆ ਉਹ ਗੁਲਾਬਦਾਸ ਦੇ ਡੇਰੇ 'ਤੇ ਆ ਜਾਂਦੀ ਆ, ਇਜਾਜ਼ਤ ਮੰਗਦੀ ਆ, ਗੁਲਾਬਦਾਸ ਉੱਥੇ ਰਹਿਣ ਦੀ ਇਜਾਜ਼ਤ ਦੇ ਦਿੰਦਾ ਆ। ਅਤੇ ਫਿਰ ਇਲਾਹੀ ਖਾਨ ਪੀਰੋ ਦੇ ਪਰਿਵਾਰ ਨੂੰ ਉਕਸਾ ਕੇ, ਮੁਸਲਮਾਨਾਂ ਨੂੰ ਉਕਸਾ ਕੇ ਉਹ ਝਗੜਾ ਕਰਦੇ ਆ ਕੇ ਗੁਲਾਬਦਾਸ ਨੂੰ ਕਹਿੰਦੇ ਵੀ ਤੂੰ ਸਾਡੀ ਇੱਕ ਮੁਸਲਮਾਨ ਕੁੜੀ ਨੂੰ ਹਿੰਦੂ ਬਣਾ ਰਿਹਾ। ਹਾਲਾਂਕਿ ਹਿੰਦੂ ਅਤੇ ਸਿੱਖ ਵੀ ਗੁਲਾਬਦਾਸ ਨੂੰ ਛਿੱਤਰ ਪਰੇਡ ਕਰਦੇ, ਉਹਦੀ ਸਵੀਕਾਰ ਹਿੰਦੂ ਵੀ ਨਹੀਂ ਕਰਦੇ ਗੁਲਾਬਦਾਸ ਨੂੰ, ਸਿੱਖ ਵੀ ਨਹੀਂ ਕਰਦੇ। ਪਰ ਉੱਧਰ ਇਸਲਾਮ ਵਾਲੇ ਇਹ ਕਹਿੰਦੇ ਵੀ ਤੂੰ ਸਾਡੀ ਕੁੜੀ ਭਜਾ ਲਿਆ ਆ। ਪੀਰੋ ਉੱਥੋਂ ਵਾਪਸ ਜਾਂਦੀ ਆ। ਕੁਝ ਲੋਕ ਇਹ ਕਹਿੰਦੇ ਆ ਵੀ ਆਪਣੇ ਗੁਰੂ ਨੂੰ ਕਹਿ ਕੇ ਜਾਂਦੀ ਆ ਵੀ ਮੈਂ ਇਹਨਾਂ ਨੂੰ ਜਵਾਬ ਦੇ ਕੇ ਆਊਂਗੀ। ਕੁਝ ਲੋਕ ਇਹ ਕਹਿ ਦਿੰਦੇ ਵੀ ਉਹ ਧੱਕੇ ਨਾਲ ਲੈ ਜਾਂਦੇ ਆ, ਕੈਦੀ ਕਰਦੇ ਆ, ਕੈਦੀ ਬਣਾਉਂਦੇ ਆ। ਇਹ ਸਾਰਾ ਜ਼ਿਕਰ ਪੀਰੋ ਦੀ ਆਪਣੀ ਜੀਵਨੀ 'ਚ ਆ। ਉੱਥੋਂ ਪੀਰੋ ਨੂੰ, ਬੰਦਕ ਪੀਰੋ ਨੂੰ ਛੁਡਾ ਲਿਆ ਜਾਂਦਾ। ਦੋ ਸਿੱਖ ਜਾਂਦੇ ਨੇ, ਦੋਵਾਂ ਦੇ ਵੱਖਰੇ ਵੱਖਰੇ ਨਾਮ ਨੇ। ਕੋਈ ਉਹਨੂੰ ਅਤਰ ਸਿੰਘ ਅਤੇ ਚਤਰ ਸਿੰਘ ਅਤੇ ਗੁਲਾਬਦਾਸ ਕਹਿ ਰਿਹਾ, ਕੋਈ ਕਾਲਾ ਸਿੰਘ ਅਤੇ ਗੁਲਾਬਦਾਸ ਕਹਿ ਰਿਹਾ। ਅਲੱਗ-ਅਲੱਗ ਵਿਦਵਾਨਾਂ ਨੇ ਨਾਂ ਦੋ ਬੰਦਿਆਂ ਦੇ ਦਿੱਤੇ ਆ। ਝਗੜਾ ਹੁੰਦਾ, ਰਣਜੀਤ ਸਿੰਘ ਦੀ ਇੰਟਰਵੈਂਸ਼ਨ ਨਾਲ ਉਹ ਝਗੜਾ ਬੰਦ ਹੁੰਦਾ ਆ। ਪੀਰੋ ਅਲਟੀਮੇਟ ਚੱਠਿਆਂ ਵਾਲੇ ਪਹੁੰਚ ਜਾਂਦੀ ਆ ਅਤੇ ਚੱਠਿਆਂ ਵਾਲੇ 'ਚ ਉਹਦਾ ਬਹੁਤ ਜ਼ਿਆਦਾ ਵਿਰੋਧ ਕਰਨ ਵਾਲਾ ਗਿਆਨੀ ਦੱਤ ਸਿੰਘ ਆ। ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜ ਦਿਆਂ ਕਿ ਪੀਰੋ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪੀਰੋ ਸਾਡੀ ਸੂਫੀ ਕਵਿੱਤਰੀ ਆ। ਗੁਰਭਗਤ ਸਿੰਘ ਨੇ, ਡਾਕਟਰ ਨੂਰ ਨੇ, ਬਨੀਤਾ ਨੇ, ਦਪਿੰਦਰਜੀਤ ਰੰਧਾਵਾ ਨੇ, ਈਵਨ ਪ੍ਰੋਫੈਸਰ ਗੁਰਦੇਵ ਸਿੰਘ ਨੇ ਅਤੇ ਬਲਜੀਤ ਕੌਰ ਰੰਧਾਵਾ ਨੇ, ਇਹਨਾਂ ਸਾਰਿਆਂ ਨੇ ਇਹ ਕਿਹਾ ਕਿ ਪੀਰੋ ਸੂਫੀ ਪੋਇਟਸ ਆ। ਜਦੋਂ ਕਿ ਜੇ ਤੁਸੀਂ ਪੀਰੋ ਨੂੰ ਪੜ੍ਹੋਗੇ ਤਾਂ ਪੀਰੋ ਦੀ ਸ਼ਾਇਰੀ 'ਚ ਵਿਦਾਂਤ ਬਾਰੇ ਇੰਨੀ ਚਰਚਾ ਆ, ਸਿੱਖ ਫਲਸਫੇ ਬਾਰੇ ਇੰਨੀ ਚਰਚਾ ਆ, ਸੂਫੀਆਂ ਬਾਰੇ ਚਰਚਾ ਆ, ਤਾਂ ਮੈਨੂੰ ਇਹ ਲੱਗਦਾ ਆ ਕਿ ਪੀਰੋ ਨੂੰ ਸੂਫੀ ਕਹਿਣਾ। ਦਪਿੰਦਰਜੀਤ ਰੰਧਾਵਾ ਨੇ ਇੱਕ ਗੱਲ ਥੋੜ੍ਹੀ ਜਿਹੀ ਢੰਗ ਨਾਲ ਕੀਤੀ ਆ, ਉਹ ਇਹ ਕਹਿੰਦੀ ਵੀ ਉਹ ਕਿਸੇ ਸਿਲਸਿਲੇ ਦੀ ਸੂਫੀ ਨਹੀਂ ਆ, ਕਿਸੇ ਸੂਫੀ ਸਿਲਸਿਲੇ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ। ਕਿਤੋਂ ਕੋਈ ਸੰਕੇਤ ਨਹੀਂ ਮਿਲਦਾ ਕਿ ਪੀਰੋ ਦੀ ਜਿਹੜੀ ਸੀਗੀ ਸਿੱਖਿਆ ਦੀਖਿਆ ਕਿਸੇ ਸੂਫੀ ਸਿਲਸਿਲੇ 'ਚ ਹੋਈ ਹੋਵੇ ਜਾਂ ਪੀਰੋ ਦਾ ਕਿਸੇ। ਸਿਰਫ ਇਸ ਕਰਕੇ ਸਾਨੂੰ ਇਹ ਲੱਗਿਆ ਕਿ ਜਿਹੜੀ ਔਰਤ ਸਮਾਜਿਕ ਮਰਯਾਦਾਵਾਂ ਤੋਂ ਬਾਗੀ ਆ, ਜਿਹੜੀ ਔਰਤ ਸਮਾਜਿਕ ਵਿਵਹਾਰ ਦੇ ਵਿੱਚ ਜਿਹੜੀ ਸਾਡੀ ਪਿੱਤਰ ਸੱਤਾ ਨੂੰ, ਵਰਨ ਵਿਵਸਥਾ ਨੂੰ ਨਹੀਂ ਮੰਨਦੀ, ਅਸੀਂ ਉਹਨੂੰ ਕਹਿਣ ਲੱਗੇ ਵੀ ਇਹ ਸੂਫੀ ਆ। ਪਰ ਕਿਤੇ ਸੰਕੇਤ ਨਹੀਂ ਮਿਲਦਾ। ਪੀਰੋ ਦੀ ਕਵਿਤਾ ਨੂੰ ਜੇ ਧਿਆਨ ਨਾਲ ਪੜ੍ਹੋ ਤਾਂ ਸੂਫੀਆਂ ਨਾਲੋਂ ਕਿਤੇ ਵੱਧ ਉਹ ਪੰਜਾਬ ਦੇ ਆਰਫਾਂ ਦੀ ਪਰੰਪਰਾ ਦੇ ਨੇੜੇ ਆ। ਆਰਫਾਂ ਬਾਰੇ ਮੈਂ ਸਿਰਫ ਇੰਨਾ ਕੁ ਜ਼ਿਕਰ ਕਰਦੇ ਹਾਂ, ਬਹੁਤਾ ਕੰਮ ਨਹੀਂ ਅਸੀਂ ਕਰਾਇਆ ਆਰਫਾਂ ਦੇ ਉੱਤੇ। ਪੰਜਾਬੀ ਦੇ ਆਰਫਾਂ ਦੇ ਉੱਤੇ ਇੱਕੋ ਹੀ ਥੀਸਿਸ ਮੈਂ ਕਰਾਇਆ ਕਿ ਬੱਚੇ ਨੂੰ, ਇਹ ਆਰਫ ਸਾਡੇ ਅੰਮ੍ਰਿਤਸਰ ਦੇ ਆਸ-ਪਾਸ ਦੇ ਅਤੇ ਲਾਹੌਰ ਦੇ ਆਸ-ਪਾਸ ਦੇ ਉਹ ਸਿੱਖ ਸਕਾਲਰ ਸੀ ਜਿਹੜੇ ਫਾਰਸੀ ਗੋ ਸੀ, ਜਿਨ੍ਹਾਂ ਨੂੰ ਫਾਰਸੀ ਆਉਂਦੀ ਸੀ, ਫਾਰਸੀ ਪੜ੍ਹਦੇ ਸੀ, ਵਿਦਾਂਤ ਪੜ੍ਹਦੇ ਸੀ, ਇਸਲਾਮ ਬਾਰੇ ਵੀ ਪੜ੍ਹਦੇ ਸੀ, ਸਿੱਖੀ ਬਾਰੇ ਵੀ ਪੜ੍ਹਦੇ ਸੀ। ਇਹਨਾਂ ਤੋਂ ਜਿਹੜੇ ਕੁਛ ਕੁ ਵੱਡੇ ਕਵੀ ਨੇ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਬਿਸ਼ਨ ਸਿੰਘ ਆਰਫ, ਜਿਹਦਾ ਮੈਂ ਜ਼ਿਕਰ ਕੀਤਾ ਕਿ ਸ਼ੇਰਗਿੱਲ ਨਾਂ ਦਾ ਬੰਦਾ ਸੀ ਜਿਹੜਾ ਤੁਹਾਡੇ ਰੂਮੀ ਦਾ ਸੀ, ਜਿਹਨੇ ਮਨਸੂਰ ਦਾ ਕਿੱਸਾ ਲਿਖਿਆ। ਇਹ ਕਿਸ਼ਨ ਸਿੰਘ ਆਰਫ, ਬਿਸ਼ਨ ਸਿੰਘ ਆਰਫ, ਬਹੁਤ ਸਾਰੇ ਆਰਫਾਂ ਦੀ ਪਰੰਪਰਾ ਆ। ਸੂਫੀ ਇੱਕੋ ਬੰਦਾ ਜਿਹੜਾ ਸੂਫੀ ਦੇ ਨਾਂ ਨਾਲ ਆਪਣੇ ਆਪ ਨੂੰ ਸੂਫੀ ਲਿਖਦਾ ਰਿਹਾ, ਸੂਫੀ ਸਾਧੂ ਸਿੰਘ ਸਾਧੂ ਸਾਰ, ਜਿਹੜਾ ਸੂਫੀ ਅਮਰਜੀਤ ਦਾ ਗੁਰੂ ਸੀ। ਬਹੁਤ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦੇ ਰਹੇ, ਵਾਈਸ ਪ੍ਰੈਜ਼ੀਡੈਂਟ ਰਹੇ। ਸ਼੍ਰੋਮਣੀ ਕਮੇਟੀ ਜਿਹੜਾ ਸੀਗਾ ਤਰਨਤਾਰਨ ਵਾਲਾ ਗੁਰਦੁਆਰਾ, 20 ਸਾਲ ਤੱਕ ਉਹ ਤਰਨਤਾਰਨ ਵਾਲੀ ਗੁਰਦੁਆਰਾ ਮੈਨੇਜਮੈਂਟ ਦੇ ਪ੍ਰਧਾਨ ਰਹੇ। ਘਰੋਂ ਰੋਟੀ ਲੈ ਕੇ ਜਾਣ ਵਾਲਾ ਬੰਦਾ ਸੀ, ਸਾਈਕਲ 'ਤੇ ਜਾਂਦਾ ਸੀ, ਘਰੋਂ ਰੋਟੀ ਲੈ ਕੇ ਜਾਂਦਾ ਸੀ। ਪਰ ਕਮਾਲ ਦਾ ਫਾਰਸੀ ਗੋਆ,
ਉਹਨੇ ਬਹੁਤ ਸਾਰਾ ਫਾਰਸੀ ਲਿਟਰੇਚਰ ਪੰਜਾਬੀ 'ਚ ਅਨੁਵਾਦ ਕੀਤਾ ਆ, ਆਪ ਉਹਦੀਆਂ ਕਿਤਾਬਾਂ ਲਿਖੀਆਂ, ਉਹਦਾ ਦੀਵਾਨੇ ਸੂਫੀ ਮਿਲ ਜਾਂਦਾ ਆ, ਉਹਦੀਆਂ ਰਵਾਈਆਂ ਮਿਲ ਜਾਂਦੀਆਂ, ਹੋਰ ਵੀ ਬਹੁਤ ਸਾਰਾ ਕੰਮ ਉਹਨਾਂ ਨੇ ਕੀਤਾ ਸੂਫੀ ਸਾਧੂ ਸਿੰਘ ਨੇ। ਇਹ ਸਾਰੇ ਆਰਫਾਂ ਦੀ ਪਰੰਪਰਾ ਆ। ਆਰਫ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਸਾਡੇ ਪੰਜਾਬ ਦੇ ਆਰਫ ਨੇ ਉਹ ਇੱਕੋ ਵੇਲੇ ਸਿੱਖੀਜ਼ਮ ਤੋਂ, ਵਿਦਾਂਤ ਤੋਂ, ਸੂਫੀਜ਼ਮ ਤੋਂ ਪ੍ਰਭਾਵਿਤ ਨੇ। ਅਤੇ ਜੇ ਤੁਸੀਂ ਪੀਰੋ ਨੂੰ ਪੜ੍ਹੋਗੇ ਤਾਂ ਪੀਰੋ ਦੇ ਤਾਂ ਤੁਹਾਨੂੰ ਹਰ ਕਪਲੇਟ ਵਿੱਚੋਂ ਇਹੋ ਜਿਹੇ ਸ਼ਬਦ ਮਿਲ ਜਾਣਗੇ ਜਿਹੜੀਆਂ ਪੀਰੋ ਨੇ ਬਹੁਤੀਆਂ ਉਦਾਹਰਨਾਂ ਦਿੱਤੀਆਂ ਨੇ, ਇੱਥੋਂ ਤੱਕ ਕਿ ਪੀਰੋ ਨੇ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਹੈ ਨਾ ਉਹ ਵੀ ਵਿਦਾਂਤ ਦੀ ਵਰਤੀ ਆ। ਮੈਂ ਵਿੱਚ ਕੁਛ ਜ਼ਿਕਰ ਕਰ ਲਾਂਗਾ। ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਪੀਰੋ ਬਾਰੇ। ਪੀਰੋ ਦਾ ਇੱਕ ਕਪਲੇਟ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਪੀਰੋ ਲਿਖਦੀ ਆ ਕਿ ਪੀਰੋ ਆਰਾਮ ਝਰੋਖੜੇ ਬੈਠ ਕੇ ਨਹੀਂ, ਮੁਜਰਾ ਕੁੱਲ ਜਹਾਨ ਦਾ ਦੇਖਣਾ ਹੀ। ਹੁਣ ਪੀਰੋ ਇਸਲਾਮ ਨੂੰ ਮੰਨਣ ਵਾਲੀ ਆ, ਮੁਸਲਮਾਨਾਂ ਦੀ ਕੁੜੀ ਆ। ਪਿਓ ਜਿਹੜਾ ਸੀਗਾ ਪੀਰਾਂ ਫਕੀਰਾਂ ਦੀ ਪਰੰਪਰਾ ਨੂੰ ਮੰਨਣ ਵਾਲਾ ਸੀ। ਪਿਓ ਨੇ ਬਕਾਇਦਾ ਆਪਣੀ ਧੀ ਨੂੰ ਇਸਲਾਮ ਦੀਆਂ ਪਰੰਪਰਾਵਾਂ ਬਾਰੇ ਪੜ੍ਹਾਇਆ ਸੀ, ਟ੍ਰੇਨਿੰਗ ਕਰਾਈ ਸੀ ਇਸਲਾਮ ਦੇ ਵਿੱਚ ਪੀਰੋ ਦੀ। ਹੁਣ ਇਸਲਾਮੀ ਪਿਛੋਕੜ ਵਾਲੀ ਪੀਰੋ ਰਾਮ ਨੂੰ ਆਪਣਾ ਨਾਇਕ ਮੰਨ ਰਹੀ ਆ। ਔਰ ਕਿਹੜੇ ਰਾਮ ਨੂੰ? ਇਹ ਆ ਸਵਾਲ ਅਸਲ 'ਚ। ਸਾਡੇ ਕੋਲ ਦੋ ਰਾਮ ਨੇ। ਕਬੀਰ ਹੀ ਨਿਤਾਰਾ ਕਰ ਦਿੰਦਾ ਕਿ ਕਿਹੜੇ ਰਾਮ ਨੂੰ ਮੰਨਣਾ ਸੀ। ਇੱਕ ਰਾਮ ਦਸ਼ਰਥ ਦਾ ਪੁੱਤਰ ਆ ਜਿਹੜਾ ਰਾਜਵੰਸ਼ੀ ਆ। ਰਾਜਵੰਸ਼ੀ ਰਾਮ ਹਿੰਦੁਸਤਾਨ ਦੇ ਲੋਕਾਂ ਦਾ ਨਾਇਕ ਨਹੀਂ। ਹਿੰਦੁਸਤਾਨ ਦੇ ਲੋਕਾਂ ਦਾ ਲੋਕ ਨਾਇਕ ਉਹ ਰਾਮ ਆ ਜਿਹੜਾ ਦਸ਼ਰਥ ਦਾ ਪੁੱਤਰ ਨਹੀਂ, ਜਿਹੜਾ ਪ੍ਰੇਮੀ ਰਾਮ ਆ। ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ ਇਹਦੀ ਇੱਕ। ਜਦੋਂ ਕਬੀਰ ਇਹ ਕਹਿ ਰਿਹਾ ਕਿ ਦਸ਼ਰਥ ਕਾ ਸੁਤ ਰਾਮ ਜੀ ਗੁਰੂ ਹਮਾਰਾ ਨਹੀਂ, ਅਤੇ ਨਾਲ ਦੀ ਨਾਲ ਕਬੀਰ ਹਰ ਦੂਜੇ ਤੀਜੀ ਸਤਰ 'ਚ ਰਾਮ ਦਾ ਨਾਮ ਹੀ ਜਪੀ ਜਾ ਰਿਹਾ। ਫਿਰ ਉਹ ਕਿਹੜੇ ਰਾਮ ਨੇ? ਦੋ ਰਾਮ ਕਿਹੜੇ ਨੇ? ਇੱਕ ਰਾਮ ਉਹ ਆ ਜਿਹੜਾ ਮਰਜ਼ਾਦਾ ਪੁਰਸ਼ੋਤਮ ਰਾਮ ਆ, ਅਤੇ ਜਿਹੜਾ ਆਪਣੇ ਪਿਤਾ ਦਾ ਹੁਕਮ ਮੰਨ ਕੇ ਜਾਂ ਆਪਣੀ ਮਾਤਾ ਦਾ ਹੁਕਮ ਮੰਨ ਕੇ ਬਨਵਾਸ ਨੂੰ ਚਲੇ ਜਾਂਦਾ। ਇੱਕ ਰਾਮ ਉਹ ਆ ਜਿਹੜਾ ਲੋਕ ਸਿਮਰਤੀ 'ਚ ਬਸਣ ਵਾਲਾ ਰਾਮ ਆ। ਰਾਮ ਦੇ ਉਹ ਰੂਪ ਵੀ ਹੈਗਾ ਕਿ ਜਿਹੜਾ ਸੀਤਾ ਨੂੰ, ਮਤਲਬ ਦਸ਼ਰਥ ਦਾ ਪੁੱਤਰ ਰਾਮ ਉਹ ਆ ਜਿਹੜਾ ਸੀਤਾ ਨੂੰ ਬਨਵਾਸ 'ਤੇ ਤੋਰ ਦਿੰਦਾ। ਅਤੇ ਲੋਕ ਪਰੰਪਰਾਵਾਂ ਵਾਲਾ ਰਾਮ ਉਹ ਆ ਕਿ ਜਦੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਜਾਂਦਾ ਆ ਅਤੇ ਮਗਰ ਉਹਦੇ ਲਛਮਣ ਜਾਂਦਾ ਆ, ਤਾਂ ਰਾਮ ਨੂੰ ਬੇਚੈਨੀ ਆ। ਰਾਮ ਨੂੰ, ਇਹ ਸਾਡੇ ਲੋਕ ਕਾਵਿ 'ਚ ਹੀ ਆ ਸਾਰਾ। ਰਾਮ ਨੂੰ ਇੰਨੀ ਬੇਚੈਨੀ ਆ ਕਿ ਨਾ ਉਹਨੂੰ ਲਛਮਣ ਲੱਭਦਾ ਆ, ਨਾ ਉਹਨੂੰ ਸੀਤਾ ਲੱਭਦੀ ਆ। ਮਤਲਬ ਉਹ ਦੋਹਾਂ ਲਈ ਬੇਚੈਨ ਹੋਇਆ ਪਿਆ। ਉਹ ਪ੍ਰੇਮੀ ਰਾਮ ਆ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਪੀਰੋ ਇਹ ਕਹਿ ਰਹੀ ਆ, ਅਤੇ ਦੂਜੇ ਪਾਸੇ ਪੀਰੋ ਇਹ ਵੀ ਕਹਿ ਰਹੀ ਆ ਕਿ ਪੀਰੋ ਪੀ ਪਿਆਲੜਾ ਮਤਵਾਰੀ ਹੋਈ। ਹੁਣ ਇਹ ਪਿਆਲੜਾ ਕੀ ਆ? ਜਾਂ ਜਦੋਂ ਪੀਰੋ ਜਿਹਨੂੰ ਉੱਚਾ ਝਰੋਖਾ ਕਹਿ ਰਹੀ ਆ, ਪੀਰੋ ਦਾ ਤੁਸੀਂ ਸ਼ਬਦ ਦੇਖੋ ਕਿ ਪੀਰੋ ਰਾਮ ਝਰੋਖੜੇ ਬੈਠ ਕੇ ਮੈਂ। ਇਹ ਝਰੋਖਾ ਕੀ ਆ? ਇਹ ਝਰੋਖਾ ਬਾਬਾ ਫਰੀਦ ਵਾਲਾ ਆ। ਜਦੋਂ ਬਾਬਾ ਫਰੀਦ ਕਹਿ ਰਿਹਾ ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ, ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ। ਤੁਸੀਂ ਆਪਣਾ ਦੁੱਖ ਉਦੋਂ ਹੀ ਜਾਣਦੇ ਆ ਜਦੋਂ ਆਪਣੇ ਨਾਲ ਜੁੜੇ ਹੁੰਦੇ ਆ। ਦੁਨੀਆ ਦਾ ਦੁੱਖ ਤੁਹਾਨੂੰ ਉਦੋਂ ਸਮਝ ਆਉਂਦਾ ਜਦੋਂ ਉੱਚੇ ਉੱਠਦੇ ਆ ਆਪਣੇ ਆਪ ਤੋਂ। ਜਦੋਂ ਤੱਕ ਤੁਸੀਂ ਸੈਲਫ ਸੈਂਟਰਡ ਆ ਫਿਰ ਤੁਹਾਨੂੰ ਦੁਨੀਆ ਦਾ ਦੁੱਖ ਨਜ਼ਰ ਨਹੀਂ ਆਉਂਦਾ। ਦੁਨੀਆ ਦਾ ਦੁੱਖ ਉੱਚੇ ਖੜ੍ਹ ਕੇ ਦੇਖਿਆ ਜਾ ਸਕਦਾ, ਜਿਹਨੂੰ ਬਾਬਾ ਫਰੀਦ ਕਹਿੰਦਾ ਕੋਠੇ ਚੜ੍ਹ ਕੇ ਦੇਖਿਆ। ਔਰ ਇਸੇ ਕਿਸਮ ਦਾ ਸ਼ਬਦ ਸਾਡਾ ਸ਼ਾਹ ਹੁਸੈਨ ਵਰਤ ਰਿਹਾ ਜਦੋਂ ਕਹਿੰਦਾ ਕਿ ਕਹੇ ਹੁਸੈਨ ਫਕੀਰ ਸਾਈਂ ਦਾ ਲੱਦਾ ਹੀ ਪ੍ਰੇਮ ਝਰੋਖਾ। ਇਹ ਪ੍ਰੇਮ ਝਰੋਖਾ ਕੀ ਆ? ਇਹ ਉੱਚਾ ਝਰੋਖਾ ਕੀ ਹੈ? ਰਾਮ ਝਰੋਖਾ ਕੀ ਆ? ਇਸੇ ਤਰ੍ਹਾਂ ਦਾ ਸ਼ਬਦ ਬੁੱਲੇ ਨੇ ਵਰਤਿਆ। ਬੁੱਲੇ ਦੀ ਕਵਿਤਾ 'ਚ ਵੀ ਆਉਂਦਾ ਕਿ ਅਬ ਹਮ ਗੁੰਮ ਹੂਏ ਪ੍ਰੇਮ ਨਗਰ ਕੇ ਸ਼ਹਿਰ। ਜਾਂ ਜਦੋਂ ਬੁੱਲਾ ਇਹ ਕਹਿ ਰਿਹਾ ਨਹੀਂ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋਈ ਹੋਰ ਨੂੰ। ਬੰਦਾ ਹੋਰ ਕਦੋਂ ਹੋ ਜਾਂਦਾ? ਜਦੋਂ ਬੰਦਾ ਆਪਦੀ ਪਹਿਲੀ ਪਛਾਣ ਗਾਉਂਦਾ ਆ ਤਾਂ ਪਹਿਲੀ ਪਛਾਣ ਕੀ ਸੀ? ਤੁਸੀਂ ਮੱਧਕਾਲੀ ਸਮਾਜ ਦੀ ਕਲਪਨਾ ਕਰਕੇ ਦੇਖੋ। 19ਵੀਂ ਸਦੀ ਦੇ ਪੰਜਾਬ 'ਚ ਬੰਦਿਆਂ ਦੀਆਂ ਪਛਾਣਾਂ ਕੀ ਨੇ? ਜਾਂ ਤਾਂ ਉਹਦੀ ਇੱਕ ਧਰਮ ਕੇਂਦਰਿਤ ਪਛਾਣ ਆ, ਉਹ ਸਿੱਖ ਆ, ਮੁਸਲਮਾਨ ਆ, ਈਸਾਈ ਆ। ਜਾਂ ਫਿਰ ਉਹਦੀ ਕਿਸੇ ਵਰਣ ਕਰਕੇ ਪਛਾਣ ਆ ਕਿ ਉਹ ਕਿਸੇ ਨਾ ਕਿਸੇ ਜਾਤ ਨੂੰ ਬਿਲੋਂਗ ਕਰਦਾ ਆ, ਕਿਸੇ ਨਾ ਕਿਸੇ ਵਰਣ ਦਾ ਆ। ਅਤੇ ਜਾਂ ਫਿਰ ਉਹਦੀ ਜਿਹੜੀ ਪਛਾਣ ਹੈਗੀ ਆ ਕਿਸੇ ਸੰਪਰਦਾਇ ਕਰਕੇ ਆ ਕਿ ਉਹ ਸਿੱਖਾਂ ਦੀ ਕਿਹੜੀ ਸੰਪਰਦਾਇ 'ਚ ਆ, ਇਸਲਾਮ ਦੀ ਕਿਹੜੀ ਸ਼ਾਖਾ 'ਚ ਆ ਉਹ, ਜਾਂ ਹਿੰਦੂਆਂ ਦੀ ਕਿਹੜੀ ਸ਼ਾਖਾ ਦੇ ਵਿੱਚ ਆ। ਸੋ ਮੱਧਕਾਲੀ ਪੰਜਾਬ ਨੂੰ ਜਾਂ ਮੱਧਕਾਲੀ ਭਾਰਤ ਨੂੰ ਕਲਪਨਾ ਕਰਕੇ ਦੇਖੋ ਜਿੱਥੇ ਪੀਰੋ ਵਿਚਰ ਰਹੀ ਆ, ਉੱਥੇ ਪਛਾਣਾਂ ਕੀ ਨੇ? ਜਾਂ ਪਛਾਣ ਧਰਮ ਆਧਾਰਿਤ ਆ, ਜਾਂ ਪਛਾਣ ਵਰਣ ਆਧਾਰਿਤ ਆ, ਜਾਂ ਪਛਾਣ ਸੰਪਰਦਾਇ ਦੇ ਉੱਤੇ ਆਧਾਰਿਤ ਆ, ਅਤੇ ਜਾਂ ਪਛਾਣ ਲਿੰਗ ਦੇ ਉੱਤੇ ਆਧਾਰਿਤ ਆ। ਜਦੋਂ ਪੀਰੋ ਕਹਿ ਰਹੀ ਆ ਕਿ ਜਿਹੜਾ ਮੇਰਾ ਗੁਰੂ ਗੁਲਾਬ ਦਾਸ ਆ ਉਹ ਤਾਂ ਬੇਹੱਦੀ ਦੇ ਮੈਦਾਨ 'ਚ ਖੜ੍ਹਾ ਆ। ਔਰ ਬੇਹੱਦੀ ਸ਼ਬਦ ਪੀਰੋ ਤੋਂ ਪਹਿਲਾਂ ਸਿਰਫ ਇੱਕ ਬੰਦੇ ਨੇ ਵਰਤਿਆ, ਕਬੀਰ ਨੇ। ਕਬੀਰ ਜੀ ਵੀ ਕਹਿ ਰਿਹਾ ਕਿ ਮੈਂ ਬੇਹੱਦੀ ਦੇ ਮੈਦਾਨ 'ਚ ਖੜ੍ਹਾ, ਅਤੇ ਪੀਰੋ ਇਹ ਕਹਿ ਰਹੀ ਆ ਕਿ ਜਿਹੜਾ ਮੇਰਾ ਗੁਰੂ ਆ ਉਹ ਕਿਸੇ ਹੱਦ 'ਚ ਨਹੀਂ, ਉਹ ਵੀ ਬੇਹੱਦੀ ਦੇ ਮੈਦਾਨ 'ਚ ਖੜ੍ਹਾ। ਇਹ ਬੇਹੱਦੀ ਕੀ ਆ? ਬੇਹੱਦੀ ਹੈਗੀ ਆ ਕਿ ਜਿੱਥੇ ਬੰਦੇ ਦੀ ਪਛਾਣ ਸਾਰੀਆਂ ਧਾਰਮਿਕ ਪਛਾਣਾਂ, ਸੰਪਰਦਾਇਕ ਪਛਾਣਾਂ, ਜੈਂਡਰ ਦੀਆਂ ਪਛਾਣਾਂ। ਇਸੇ ਕਰਕੇ ਪੀਰੋ ਕਹਿ ਰਹੀ ਆ ਕਿ ਜਿਹੜਾ ਮੇਰਾ ਗੁਰੂ ਆ ਨਾ ਉਹ ਨਾ ਨਾਰੀ ਆ ਨਾ ਪੁਰਖ। ਗੁਲਾਬ ਦਾਸ ਨਾ ਨਾਰੀ ਆ ਨਾ ਪੁਰਖ ਆ, ਨਾ ਹਿੰਦੂ ਆ ਨਾ ਮੁਸਲਮਾਨ ਆ। ਪੂਰੀ ਦੀ ਪੂਰੀ ਤੁਸੀਂ ਇੱਥੋਂ ਤੱਕ
ਕਿ ਪੀਰੋ ਨੇ ਜਿੰਨੀਆਂ ਸਿੱਖ ਸੰਪਰਦਾਵਾਂ ਨੇ, ਨਿਰਮਲੇ ਨੇ, ਅਦਾਸੀ ਨੇ, ਗਿਆਨ ਸੰਪਰਦਾ ਵਾਲੇ ਨੇ, ਸਾਰੀਆਂ ਸੰਪਰਦਾਵਾਂ ਨੂੰ ਵੀ ਪੀਰੋ ਜਿੰਨਾ ਇਸਲਾਮ ਦੇ ਖਿਲਾਫ ਲਿਖਦੀ ਆ, ਉਹਨਾਂ ਹਿੰਦੂਆਂ ਦੇ ਖਿਲਾਫ ਵੀ ਲਿਖਦੀ ਆ, ਅਤੇ ਉਹਨਾਂ ਸਿੱਖ ਸੰਪਰਦਾਵਾਂ ਨੂੰ ਵੀ ਪੀਰੋ ਟੁੱਟ ਕੇ ਪੈਂਦੀ ਆ, ਕਿਉਂਕਿ ਪੀਰੋ ਹਰ ਕਿਸਮ ਦੀ ਧਾਰਮਿਕ ਅਤੇ ਸੰਪਰਦਾਇਕ ਪਛਾਣ ਨੂੰ ਤਿਆਗ ਰਹੀ ਸੀ। ਅੱਜ ਪੀਰੋ ਕਿਉਂ ਪ੍ਰਸੰਗਕ ਆ? ਅੱਜ ਮੈਨੂੰ ਪੀਰੋ ਇਸ ਕਰਕੇ ਪ੍ਰਸੰਗਕ ਲੱਗਦੀ ਆ ਕਿ ਜਦੋਂ ਅੱਜ ਫੇਰ ਰਿਵਾਈਵਲ ਹੋ ਰਹੀ ਆ ਧਰਮ ਦੀ, ਸੰਪਰਦਾਵਾਂ ਦੀ, ਔਰ ਅੱਜ ਜਦੋਂ ਸਾਡੇ ਹਾਸ਼ੀਏ ਦੇ ਸਮਾਜ ਨੂੰ ਸਾਰੇ ਸੰਵਿਧਾਨਕ ਹੱਕਾਂ ਦੇ ਬਾਵਜੂਦ ਅੱਜ ਅਸੀਂ ਹਾਸ਼ੀਏ ਦੇ ਸਮਾਜ ਨਾਲ ਕਿਸ ਕਿਸਮ ਦਾ ਜਿਹੜਾ ਸਲੂਕ ਕਰ ਰਹੇ ਹਾਂ, ਅੱਜ ਚਾਹੇ ਦਲਿਤ ਹੋਵੇ, ਚਾਹੇ ਔਰਤ ਹੋਵੇ, ਜਾਂ ਘੱਟ ਗਿਣਤੀਆਂ ਹੋਣ, ਅੱਜ ਪੀਰੋ ਇਸ ਕਰਕੇ ਬਹੁਤ ਪ੍ਰਸੰਗਕ ਹੋ ਜਾਂਦੀ ਹੈ ਜਦੋਂ ਪੀਰੋ ਇਹ ਕਹਿ ਰਹੀ ਆ ਕਿ ਸਾਈਂ ਹਮੇ ਆਜ਼ਾਤ ਹੈ ਨਾ ਹਿੰਦੂ ਤੁਰਕਾ, ਜਨਮ ਮਰਨ ਤੇ ਬਾਹਰਾ ਨਾ ਨਾਰੀ ਪੁਰਖਾ, ਹੱਦਾਂ ਪਰੇ ਬੇਹੱਦ ਹੈ ਨਹੀਂ ਹੱਦਾਂ ਮਾਹੀ, ਪੀਰੋ ਗੁਰ ਦਿਖਾਵਸੀ ਔਂ ਦੇਖੇ ਨਾਹੀਂ। ਉਹ ਕਹਿੰਦੇ ਵੀ ਜੋ ਮੈਂ ਦੇਖ ਰਹੀ ਹਾਂ ਐਵੇਂ ਨਹੀਂ ਦੇਖ ਰਹੀ, ਮੇਰੇ ਕੋਲ ਇੱਕ ਗੁਰੂ ਆ, ਮੇਰਾ ਗੁਰੂ ਸਮਝਾ ਰਿਹਾ ਗੱਲਾਂ। ਹੁਣ ਪੀਰੋ ਕਹਿਣਾ ਕੀ ਚਾਹੁੰਦੀ ਆ ਕਿ ਇੱਕ ਵਿਜ਼ਨ ਦੌਰ ਦਾ ਵੀ ਵਿਜ਼ਨ ਹੁੰਦਾ ਆ, ਜਿਹੜਾ ਆਉਂਦਾ ਭਾਵੇਂ ਸਾਡੇ ਕੋਲ ਬੰਦਿਆਂ ਰਾਹੀਂ ਆ, ਜਾਂ ਇੱਕ ਵਿਜ਼ਨ ਸਾਡੇ ਸੱਭਿਆਚਾਰ ਨੇ ਸਿਰਜਿਆ ਹੁੰਦਾ ਆ, ਜਿਹੜਾ ਸਾਡੀਆਂ ਪਰੰਪਰਾਵਾਂ 'ਚੋਂ ਆਉਂਦਾ ਆ। ਪੀਰੋ ਕਹਿ ਰਿਹਾ ਕਿ ਮੇਰੀਆਂ ਪਰੰਪਰਾਵਾਂ, ਮੇਰਾ ਗੁਰੂ ਮੈਨੂੰ ਇਹ ਸਿਖਾ ਰਿਹਾ ਕਿ ਕੋਈ ਨਾਰੀ ਪੁਰਖ ਨਹੀਂ, ਕੋਈ ਹਿੰਦੂ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕਿਸੇ ਕਿਸਮ ਦੀ ਕੋਈ ਸੰਪਰਦਾਇਕ ਪਛਾਣ ਨਹੀਂ। ਔਰ ਅੱਜ ਇਸ ਕਰਕੇ ਪੀਰੋ ਬਹੁਤ ਪ੍ਰਸੰਗਕ ਆ। ਦੂਜੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਕਿ ਅੱਜ ਜਦੋਂ ਸਾਡਾ ਸਾਹ ਕੁੱਟਿਆ ਜਾ ਰਿਹਾ, ਅੱਜ ਜਦੋਂ ਬੋਲਣ ਦੀ ਵੀ ਆਜ਼ਾਦੀ ਨਹੀਂ, ਅੱਜ ਸਭ ਤੋਂ ਵੱਡੀ ਪਾਬੰਦੀ ਤੁਹਾਡੇ ਪ੍ਰਗਟਾਵੇ ਦੇ ਉੱਤੇ ਆ, ਤੁਸੀਂ ਬੋਲ ਹੀ ਨਹੀਂ ਸਕਦੇ। ਔਰ ਉਸ ਵੇਲੇ ਪੀਰੋ ਵਰਗੀ ਕਵਿੱਤਰੀ ਜਿਹੜੀ ਇੰਨੀ ਹਿੰਸਕ ਭਾਸ਼ਾ ਬੋਲਦੀ ਹੋਵੇ, ਇੰਨੀ ਜਿਹੜੀ ਹੈਗੀ ਆ ਤੂੰ ਤੜਾਕ ਵਾਲੀ ਭਾਸ਼ਾ ਬੋਲਦੀ ਹੋਵੇ, ਜਿਹਨੂੰ ਗੁਰਭਗਤ ਜੀ ਫੋਰ ਵਰਡਸ ਕਹਿੰਦੇ ਨੇ, ਉਹ ਕਿਉਂ ਜ਼ਰੂਰੀ ਹੈ? ਮੈਂ ਕਿਉਂ ਕਹਿ ਰਿਹਾ ਗੱਲ? ਜਦੋਂ ਤੁਹਾਡੇ 'ਤੇ ਸੱਤਾ, ਤਰ੍ਹਾਂ ਦੀ ਹਿੰਸਾ ਤੁਹਾਡੇ 'ਤੇ ਵਾਪਰਦੀ ਹੈ, ਤੁਹਾਡੇ ਨਾਲ ਜਦੋਂ ਤੁਹਾਡੇ 'ਤੇ ਸੱਤਾ ਥੋਪੀ ਜਾਂਦੀ ਆ, ਹਿੰਸਾ ਥੋਪੀ ਜਾਂਦੀ ਆ, ਚਾਹੇ ਉਹ ਸੱਤਾ ਦੀ ਹਿੰਸਾ ਹੋਵੇ, ਧਰਮ ਦੀ ਹਿੰਸਾ ਦੀ ਹੋਵੇ, ਵਰਨ ਅਤੇ ਜਾਤ ਦੀ ਹਿੰਸਾ ਹੋਵੇ, ਲਿੰਗ ਦੀ ਹਿੰਸਾ ਹੋਵੇ, ਜਦੋਂ ਤੁਹਾਡੇ 'ਤੇ ਇੰਨੀ ਹਿੰਸਾ ਤੁਹਾਡੇ 'ਤੇ ਵਪਰਾਈ ਜਾਏਗੀ, ਉਦੋਂ ਫਿਰ ਜਿਹੜਾ ਕਵੀ ਆ ਉਹ ਹਿੰਸਕ ਭਾਸ਼ਾ ਰਾਹੀਂ ਉਹਦਾ ਉੱਤਰ ਦਿੰਦਾ। ਜਿਵੇਂ ਮੈਂ ਬੁੱਲੇ ਬਾਰੇ ਵੀ ਕਹਿੰਦਾ ਹੁੰਦਾ ਕਿ ਬੁੱਲਾ ਸੱਤਾ ਦੀ ਹਿੰਸਾ ਦਾ ਉੱਤਰ ਭਾਸ਼ਾ ਦੀ ਹਿੰਸਾ ਰਾਹੀਂ ਦਿੰਦਾ ਆ। ਕਦੇ ਕਦੇ ਭਾਸ਼ਾ ਦੀ ਹਿੰਸਾ ਰਾਹੀਂ ਝਿਜੋੜਨਾ ਪੈਂਦਾ। ਇਸ ਕਰਕੇ ਵੀ ਮੈਨੂੰ ਪੀਰੋ ਬਹੁਤ ਇੰਪੋਰਟੈਂਟ ਲੱਗਦੀ ਆ। ਔਰ ਇੱਕ ਹੋਰ ਗੱਲੋਂ ਵੀ ਪੀਰੋ ਬਹੁਤ ਇੰਪੋਰਟੈਂਟ ਆ ਕਿ ਪੀਰੋ ਦੀ ਜਿਹੜੀ ਭਾਸ਼ਾ ਆ, ਜੇ ਪੀਰੋ ਦੀ ਭਾਸ਼ਾ ਨੂੰ ਇੱਕ ਰਜਿਸਟਰ ਮੰਨ ਲਈਏ, ਤੁਹਾਡਾ ਲਿੰਗੁਇਸਟਿਕ ਵਾਲਾ ਰਜਿਸਟਰ ਮੰਨ ਲਈਏ, ਤਾਂ ਤੁਸੀਂ ਦੇਖੋਗੇ ਕਿ 1.5 ਸਦੀ 'ਚ ਪੰਜਾਬੀ ਭਾਸ਼ਾ ਵਿੱਚ ਇੰਨੇ ਰਲੇ ਪਏ ਨੇ, ਜਾਂ ਪੰਜਾਬੀ ਭਾਸ਼ਾ ਦਾ ਜਿਹੜਾ ਮੂਲ ਸੀ ਉਹਦੇ ਤੋਂ ਅਸੀਂ ਕਿੰਨਾ ਦੂਰ ਜਾ ਚੁੱਕੇ ਹਾਂ। ਇਸ ਪ੍ਰਸੰਗ 'ਚ ਵੀ ਮੈਨੂੰ ਪੀਰੋ ਬਹੁਤ ਮਹੱਤਵਪੂਰਨ ਲੱਗਦੀ ਆ। ਮੈਂ ਤੁਹਾਡਾ ਸਾਰਿਆਂ ਦਾ, ਵਿਦਿਆਰਥੀਆਂ ਦਾ ਵੱਧ ਸ਼ੁਕਰਗੁਜ਼ਾਰ ਹਾਂ, ਕਿਉਂਕਿ ਸਰਜੀਤ ਸਿੰਘ ਤਾਂ ਮੈਨੂੰ ਇਨਵਾਈਟ ਕਰ ਸਕਦਾ ਸੀ, ਮੈਨੂੰ ਆਉਣਾ ਪੈਣਾ ਸੀ ਉਹਦੇ ਸੱਦੇ 'ਤੇ। ਸੌ ਤਾਂ ਤੁਸੀਂ ਸਕਦੇ ਹੀ ਸੀ ਨਾ, ਜਾਂ ਬਿਰਤਕੇ ਤਾਂ ਤੁਸੀਂ ਖਿਲਾ ਹੀ ਸਕਦੇ ਸੀ ਨਾ। ਇਹ ਤਾਂ ਤੁਹਾਡੀ ਮਰਜ਼ੀ ਸੀ, ਇਹ ਤਾਂ ਤੁਹਾਡੀ ਸਪੇਸ ਸੀ, ਕੋਈ ਨਹੀਂ ਸੀ ਖੋਹ ਸਕਦਾ। ਪਰ ਤੁਸੀਂ ਮੇਰੀ ਗੱਲ ਸੁਣੀ, ਇੰਨੀ ਤਵੱਜੋ ਨਾਲ ਸੁਣੀ, ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ। ਬਾਕੀ ਗੱਲਾਂ ਕਦੇ ਫਿਰ ਸੀ। ਥੈਂਕ ਯੂ।